ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਪੰਜਾਬ ਦੀ ਸਿਆਸਤ ਵਿੱਚ ਰੋਜ਼ ਕੋਈ ਨਾ ਕੋਈ ਇਹੋ ਜਿਹੀ ਡਿਵੈਲਪਮੈਂਟ ਹੋ ਜਾਂਦੀ ਹੈ ਜਿਹਦੇ ਕਰਕੇ ਗੇਮ ਪਲਟਦੀ ਨਜ਼ਰ ਆਉਂਦੀ ਰਹਿੰਦੀ ਹੈ। ਇਸ ਵੇਲੇ ਦੀ ਲੇਟੈਸਟ ਡਿਵੈਲਪਮੈਂਟ ਮੈਨੂੰ ਲੱਗਦਾ ਹੁਣ ਤੱਕ ਤੁਸੀਂ ਸਾਰੇ ਜਾਣਦੇ ਹੋ ਕਿ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ ਦੇ ਹੈੱਡ, ਜਿਹੜੇ ਕਿ ਤੁਸੀਂ ਜਾਣਦੇ ਹੋ ਪਿਛਲੇ 4 ਸਾਲ ਤੋਂ ਵੱਧ ਹੋ ਗਏ ਨੇ ਜੇਲ੍ਹ 'ਚ ਨੇ, ਰੇਪ ਕੇਸਿਸ ਉਹਨਾਂ ਤੇ ਨੇ, ਮਰਡਰ ਕੇਸਿਸ ਉਹਨਾਂ ਤੇ ਨੇ, ਉਹਨਾਂ ਨੂੰ ਹੁਣ ਫਰਲੋ ਦਿੱਤੀ ਗਈ ਹੈ 21 ਦਿਨਾਂ ਦੀ। ਪੰਜਾਬ ਦੀ ਇਲੈਕਸ਼ਨ ਤੋਂ ਕੁਝ ਹੀ ਦਿਨਾਂ ਪਹਿਲਾਂ ਇਹਦੇ ਮਾਇਨੇ ਕੀ ਨੇ? ਬਾਰ-ਬਾਰ ਇਹ ਗੱਲ ਤਾਂ ਜ਼ਰੂਰ ਹੋ ਰਹੀ ਹੈ ਕਿ ਬੀਜੇਪੀ ਆਪਣਾ ਫਾਇਦਾ ਕਰਨਾ ਚਾਹੁੰਦੀ ਹੈ, ਇਸ ਕਰਕੇ ਦਿੱਤਾ ਗਿਆ ਹੈ, ਪਰ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਬੀਜੇਪੀ ਦੇ ਰਾਜ ਵਿੱਚ ਹੀ ਹਰਿਆਣਾ 'ਚ ਸਜ਼ਾ ਹੋਈ ਸੀ। ਇੱਕ ਅੱਛੀ ਵੈਲ ਥੌਟ ਆਊਟ ਸਟ੍ਰੈਟਜੀ ਕਹਿ ਸਕਦੇ ਹੋ। ਪੰਚਕੂਲਾ ਵਿੱਚ 2017 'ਚ ਜਦੋਂ ਅਰੈਸਟ ਕੀਤਾ ਗਿਆ ਬਾਬਾ ਰਾਮ ਰਹੀਮ ਨੂੰ, ਜਦੋਂ ਪੰਚਕੂਲਾ ਦੇ ਕੋਰਟ ਵਿੱਚ ਆਏ ਸੀਗੇ। ਖੈਰ, ਇਹ ਸਾਰੀਆਂ ਗੱਲਾਂ ਤਾਂ ਹੈ, ਲੇਕਿਨ ਪੰਜਾਬ ਦੀ ਇਲੈਕਸ਼ਨ ਨੂੰ ਕੀ ਇਹ ਇੰਪੈਕਟ ਕਰੇਗਾ? ਸਾਰੇ ਮੀਡੀਆ 'ਚ ਗੱਲ ਹੋ ਰਹੀ ਹੈ ਕਿ ਹਾਂ ਇਹ ਇਸ ਕਰਕੇ ਹੋਇਆ, ਇਹਦਾ ਇਹ ਫਾਇਦਾ ਹੋਏਗਾ, ਲੇਕਿਨ ਕੁਝ ਬੇਸਿਕ ਗੱਲਾਂ ਸਮਝ ਲੈਂਦੇ ਆ। ਪਹਿਲੀ ਗੱਲ ਤਾਂ ਇਹ ਕਿ ਇਸ ਡੇਰੇ ਦੇ ਇਸ ਵੇਲੇ ਦੇ ਜੋ ਪੋਲੀਟੀਕਲ ਚੀਫ ਨੇ ਰਾਮ ਸਿੰਘ ਇਨਸਾਨ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਮੀਡੀਆ ਨੂੰ ਬੜੀ ਡਿਟੇਲਡ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਲਵੇ, ਪੰਜਾਬ ਦੇ ਮਾਲਵੇ ਕੱਲੇ ਦੇ ਵਿੱਚ ਸਾਡੇ 40 ਲੱਖ ਫਾਲੋਅਰ ਨੇ। ਨਾਲ ਦੀ ਨਾਲ ਇਹ ਵੀ ਕਿਹਾ ਕਿ 35 ਸੀਟਾਂ, ਜਿਹੜੀ 35 ਕੌਂਸਟੀਟੂਐਂਸੀਜ਼ ਨੇ ਮਾਲਵੇ ਦੀਆਂ ਕੱਲੀਆਂ, ਉਹਦੇ 'ਚ ਬਹੁਤ ਵੱਡਾ ਇੰਪੈਕਟ ਹੋ ਸਕਦਾ ਹੈ। ਸਿਆਸੀ ਮਾਹਿਰਾਂ ਨੂੰ ਪੁੱਛੀਏ ਤਾਂ ਉਹ ਇਹ ਗੱਲ ਕਨਫਰਮ ਕਰਦੇ ਨੇ, ਤੇ ਪਹਿਲਾਂ ਵੀ ਬਹੁਤ ਇੰਪੈਕਟ ਰਿਹਾ ਇਸ ਡੇਰੇ ਦਾ। ਇਹ ਗੱਲ ਬਾਰ-ਬਾਰ ਹੋਈ ਹੈ। ਪੰਜਾਬ 'ਚ ਵੱਖ-ਵੱਖ ਡੇਰੇ ਕਈ ਨੇ, ਲੇਕਿਨ ਇਹ ਸ਼ਾਇਦ ਸਭ ਤੋਂ ਜ਼ਿਆਦਾ ਐਕਟਿਵ ਡੇਰਾ ਹੈ ਪੋਲੀਟੀਕਲੀ। ਜੇ ਸਿਆਸੀ ਮਾਹਿਰਾਂ ਦੀ ਮੰਨੀਏ, ਜਾਂ ਤੁਸੀਂ ਖਬਰਾਂ ਵੀ ਪੜ੍ਹੋਗੇ, ਜਿਹੜੀ ਐਕਸਪਰਟ ਓਪੀਨੀਅਨਸ ਆਉਂਦੇ ਰਹਿੰਦੇ ਨੇ ਅਖਬਾਰਾਂ ਵਿੱਚ ਵੱਡੇ ਸਿਆਸਤ ਦੇ ਮਾਹਿਰਾਂ ਦੇ, ਉਹ ਕਹਿੰਦੇ ਨੇ ਕਿ ਬਹੁਤ ਸਾਰੀ ਦਲਿਤ ਪੋਪੂਲੇਸ਼ਨ ਵੀ ਡੇਰਿਆਂ ਦੇ ਵਿੱਚ ਹੈ, ਤੇ ਸਭ ਤੋਂ ਵੱਡੀ ਇਸੇ ਡੇਰੇ ਦੇ ਵਿੱਚ ਹੈ। ਜੇ ਮੈਂ ਸੱਚਾ ਸੌਦਾ ਡੇਰੇ ਦੀ ਗੱਲ ਕਰਾਂ, ਪੰਜਾਬ ਵਿੱਚ 32% ਪੋਪੂਲੇਸ਼ਨ ਐਸਟੀਮੇਟਡ ਹੈ ਜੋ ਦਲਿਤ ਹੈ। ਸੋ ਇੱਕ ਬਹੁਤ ਵੱਡਾ ਚੰਕ ਹੈ ਜਿਹਨੂੰ ਸਾਰੀ ਪਾਰਟੀਆਂ ਹੀ ਟਾਰਗੇਟ ਕਰਨਾ ਚਾਹੁੰਦੀਆਂ ਨੇ ਤੇ ਕਰਦੀਆਂ ਵੀ ਨੇ। ਇੱਕ ਗੱਲ ਹੋਰ ਕਰ ਲਈਏ, ਵੈਸੇ ਤਾਂ ਇਸ ਡੇਰੇ ਦੇ ਹੈੱਡਕੁਆਟਰ ਸਿਰਸਾ ਹਰਿਆਣਾ ਵਿੱਚ ਨੇ, ਲੇਕਿਨ ਮਾਲਵਾ ਬੈਲਟ ਵਿੱਚ ਇਹਦੀ ਪਕੜ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਫੋਲੋਇੰਗ ਹਜੇ ਵੀ ਹੈ। 2017 'ਚ ਜਦੋਂ ਅਰੈਸਟ ਹੋਈ ਬਾਬਾ ਰਾਮ ਰਹੀਮ ਦੀ, ਉਸ ਤੋਂ ਬਾਅਦ ਫੋਲੋਇੰਗ ਘਟੀ ਤਾਂ ਹੋ ਸਕਦੀ ਹੈ, ਪਰ ਡੇਰਿਆਂ ਤੇ ਮੁੜ ਸੰਗਤਾਂ ਹਜੇ ਵੀ ਬਹੁਤ ਨੇ। ਰਾਮ ਸਿੰਘ ਇਨਸਾਨ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਉਹ ਕਹਿੰਦੇ ਨੇ ਕਿ ਕੋਵਿਡ ਦੇ ਚੱਲਦਿਆਂ ਸਾਡੇ ਤੇ ਪਾਬੰਦੀ ਹੈ, ਲੇਕਿਨ ਹਜੇ ਵੀ 1000 ਬੰਦਾ ਜਿਹੜੇ ਸਾਡੇ ਸਤਸੰਗ ਜਾਂ ਜੋ ਵੀ ਇਹਨਾਂ ਦੀ ਆਰਗੇਨਾਈਜ਼ ਹੁੰਦੇ ਨੇ ਇਵੈਂਟਸ, ਉਹਦੇ ਵਿੱਚ ਹਜੇ ਵੀ ਸ਼ਾਮਿਲ ਹੁੰਦੀ ਰਹਿੰਦੀ ਹੈ। ਸੋ ਇਹ ਕਹਿਣਾ ਕਿ ਇਸ ਡੇਰੇ ਦਾ ਇੰਪੈਕਟ ਘਟਿਆ ਜਾਂ ਬਹੁਤ ਵੱਡਾ ਨਹੀਂ ਹੈ, ਇਹ ਝੂਠ ਹੋਏਗਾ। ਜੇ ਖਬਰਾਂ ਦੀ ਗੱਲ ਕਰੀਏ ਜਾਂ ਮੀਡੀਆ 'ਚ ਜਿਸ ਤਰ੍ਹਾਂ ਦੀਆਂ ਚਰਚਾ ਹੁੰਦੀ ਰਹੀ ਹੈ, ਕਿਹਾ ਜਾਂਦਾ ਕਿ 2002 ਤੋਂ ਖਾਸ ਕਰਕੇ ਡੇਰਾ ਐਕਟਿਵ ਰਿਹਾ, ਜਦੋਂ ਇਹ ਕਿਸੇ ਨਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਰਿਹਾ, ਲੇਕਿਨ ਪਿਛਲੀ 2-3 ਇਲੈਕਸ਼ਨਸ ਵਿੱਚ ਇਹ ਕਿਸੇ ਇੱਕ ਪਾਰਟੀ ਨੂੰ ਸਪੋਰਟ ਕਰਨ ਦੀ ਜਗ੍ਹਾ ਹਰ ਹਲਕੇ 'ਚੋਂ ਜਿਹੜੇ ਕੈਂਡੀਡੇਟ ਨੂੰ ਇਹ ਆਸ਼ੀਰਵਾਦ ਦਿੰਦੇ ਹੈ, ਉਹਨੂੰ ਇਹਦਾ ਫਾਇਦਾ ਹੁੰਦਾ ਰਿਹਾ। ਖੈਰ, ਇਹ ਸਾਰੀਆਂ ਗੱਲਾਂ ਤਾਂ ਨੇ, ਲੇਕਿਨ ਬੀਜੇਪੀ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਜਦੋਂ ਇਹ ਕਹਿੰਦੀ ਹੈ ਕਿ ਲੀਗਲ ਪ੍ਰੋਸੀਜਰ ਫੋਲੋ ਕੀਤਾ ਗਿਆ, ਤੇ ਜਿਵੇਂ ਕਿਸੇ ਵੀ ਹੋਰ ਕੈਦੀ ਨੂੰ ਫਰਲੋ ਮਿਲਦੀ ਹੈ, ਉਹ ਇਸ ਕੈਦੀ ਨੂੰ ਵੀ ਮਿਲੀ ਹੈ। ਲੇਕਿਨ ਬਾਕੀ ਪਾਰਟੀਆਂ ਦਾ ਇਹੀ ਕਹਿਣਾ ਹੈ, ਅਟੈਕ ਕਰ ਰਹੇ ਕਿ ਬੀਜੇਪੀ ਦੀ ਹਰ ਚੀਜ਼ 'ਚ ਜਿਹੜੀ ਟਾਈਮਿੰਗ ਹੈ, ਚਾਹੇ ਉਹ ਕਾਂਗਰਸ ਵਾਲੇ ਹਮੇਸ਼ਾ ਕਹਿੰਦੇ ਰਹੇ ਕਿ ਈਡੀ ਨੂੰ ਇਸਤੇਮਾਲ ਕੀਤਾ ਗਿਆ ਹੈ, ਇਸ ਟਾਈਮ ਤੇ ਇਹੋ ਜਿਹੇ ਰੇਡਸ ਜਾਣ ਕੇ ਕਰਦੇ ਹੈ, ਇਸੇ ਤਰ੍ਹਾਂ ਇਸ ਦੀ ਵੀ ਟਾਈਮਿੰਗ ਨੂੰ ਕੁਐਸਚਨ ਕੀਤਾ ਜਾ ਰਿਹਾ। ਸੋ ਅੱਜ ਮੇਰੇ ਨਾਲ 4 ਵੱਡੀ ਪਾਰਟੀਆਂ ਦੇ ਪ੍ਰਵਕਤਾ ਜੁੜੇ ਨੇ। ਮੈਂ ਪਹਿਲਾਂ ਤਾਂ ਇਹਨਾਂ ਦਾ ਤੁਹਾਨੂੰ ਇੰਟਰੋਡਕਸ਼ਨ ਦੇ ਦਿੰਦਾ। ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਸਾਡੇ ਨਾਲ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਤੋਂ KS ਮਠਾਰੂ ਜੀ ਮੌਜੂਦ ਨੇ, ਸੰਯੁਕਤ ਸਮਾਜ ਮੋਰਚਾ ਤੋਂ ਜ਼ੀਬਾ ਖਾਨ ਜੀ, ਤੇ ਭਾਰਤੀ ਜਨਤਾ ਪਾਰਟੀ ਤੋਂ ਗੁਰਦੀਪ ਘੋਸ਼ਾ ਜੀ ਸਾਡੇ ਨਾਲ ਸ਼ਾਮਿਲ ਨੇ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦਾ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸ਼ੁਰੂਆਤ ਕਰਨਾ ਚਾਹੁੰਦਾ ਬੀਜੇਪੀ ਤੋਂ ਹੀ, ਕਿਉਂਕਿ ਮੈਨੂੰ ਪਤਾ ਹੈ ਬਾਕੀ ਦੇ ਵੀ ਜਿੰਨੇ ਇਸ ਵੇਲੇ ਬੈਠੇ ਨੇ ਮੈਂਬਰ, ਉਹ ਤੁਹਾਨੂੰ ਅਟੈਕ ਕਰਨ ਵਾਲੇ ਹੈ ਕਿ ਬੀਜੇਪੀ ਜਾਣਬੁੱਝ ਕੇ ਇਹ ਟਾਈਮਿੰਗ ਯੂਜ਼ ਕਰ ਰਹੀ ਹੈ, ਪੋਲੀਟੀਕਲ ਗੇਨ ਲੈਣਾ ਚਾਹੁੰਦੀ ਹੈ। ਜਿੰਨਾ ਡੇਰੇ ਦੇ ਫੋਲੋਅਰਸ ਨੇ ਉਹ ਚਾਹੁੰਦੀ ਹੈ ਕਿ ਬਾਬਾ ਉਹਨਾਂ ਨੂੰ ਕਹਿ ਕੇ ਬੀਜੇਪੀ ਵੱਲ ਵੋਟ ਆਵੇ। ਤੁਸੀਂ ਇਹ ਸਾਰਾ ਕੁਝ ਜੋ ਆਲਰੇਡੀ ਚੱਲ ਰਿਹਾ, ਇਹਨੂੰ ਕਿਵੇਂ ਡਿਫੈਂਡ ਕਰੋਗੇ ਘੋਸ਼ਾ ਜੀ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਜਿਹਦੇ ਕੋਲ ਲੋਕੀ ਡਰਦੇ ਹੁੰਦੇ ਆ ਨਾ ਪਾਰਟੀਆਂ ਵਾਲੇ,
ਉਹਦੇ ਤੇ ਅਟੈਕ ਹੁੰਦੇ ਹੀ ਆ, ਸਾਨੂੰ ਕੋਈ ਨਹੀਂ, ਭਰੇ ਦਰਖਤ ਨੂੰ ਹਮੇਸ਼ਾ ਵੱਟੇ ਪੈਂਦੇ ਆ, ਕੋਈ ਗੱਲ ਨਹੀਂ। ਅੱਛਾ ਜੀ। ਬਾਕੀ ਅਸੀਂ ਲੀਗਲ ਪ੍ਰੋਸੀਜਰ ਫੋਲੋ ਕਰਦੇ ਆ, ਕੋਰਟ ਨੇ ਉਹਨਾਂ ਨੂੰ ਪ੍ਰਲੋ ਦਿੱਤੀ ਹੈ, ਇਹਦੇ ਵਿੱਚ ਕੋਈ ਕਿਸੇ ਦਾ ਭਾਰਤੀ ਜਨਤਾ ਪਾਰਟੀ ਦਾ ਰੋਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਜ਼ਮਾਨਤ ਮਿਲੀ ਹੈ, ਉਹ ਚਾਹੇ ਕਾਂਗਰਸ ਸਰਕਾਰ ਵੱਲੋਂ ਪਰਚਾ ਦਰਜ ਕਰਾਇਆ ਗਿਆ ਸੀਗਾ। ਲੁਧਿਆਣੇ ਤੋਂ ਸਿਮਰਜੀਤ ਸਿੰਘ ਬੈਂਸ ਹੈ, ਉਹਨਾਂ ਨੂੰ ਜ਼ਮਾਨਤ ਮਿਲੀ ਸੀਗੀ। ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਜ਼ਮਾਨਤ ਮਿਲੀ ਸੀ। ਅਸੀਂ ਲੀਗਲ ਫੋਲੋ ਨੂੰ, ਪ੍ਰੋਸੀਜਰ ਨੂੰ ਫੋਲੋ ਕਰਦੇ ਆ। ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ। ਭਾਰਤੀ ਜਨਤਾ ਪਾਰਟੀ ਕਾਨੂੰਨ 'ਚ ਵਿਸ਼ਵਾਸ ਰੱਖਦੀ ਹੈ। ਇਹਦੇ ਵਿੱਚ ਜੇ ਬਾਰ-ਬਾਰ ਭਾਰਤੀ ਜਨਤਾ ਪਾਰਟੀ ਤੇ ਅਟੈਕ ਕਰਨਾ, ਉਹਨਾਂ ਨੂੰ, ਸਾਨੂੰ ਠੀਕ ਹੈ, ਚਲੋ ਉਹਨਾਂ ਦੀ ਮਜਬੂਰੀ ਹੈ ਸਾਡੇ ਤੇ ਅਟੈਕ ਕਰਨਾ, ਉਹਨਾਂ ਨੂੰ ਡਰ ਲੱਗਦਾ। ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਲੋਕ ਕਹਿੰਦੇ ਸੀ ਵੀ ਇਹਨਾਂ ਦਾ ਝੰਡਾ ਨਹੀਂ ਫੜਨਗੇ, ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਲਗਾਤਾਰ ਵੱਧਦੀ ਲੋਕਪ੍ਰਿਅਤਾ ਇਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਤੇ ਮੈਂ ਸਮਝਦਾ ਸਾਨੂੰ ਇਹ 'ਚ ਘਬਰਾਉਣ ਦੀ ਲੋੜ ਨਹੀਂ, ਇਹ ਘਬਰਾ ਰਹੇ ਆ। ਇਹ ਅਸੀਂ ਸਮਝਦੇ ਚੰਗੀ ਗੱਲ ਹੈ। ਸਾਨੂੰ ਇੱਕ ਗੱਲ ਤੁਹਾਨੂੰ ਮੈਂ ਹੋਰ ਯਾਦ ਕਰਾ ਦਿੰਦਾ ਕਿ ਜਿਹੜੀ 117 ਸੀਟਾਂ ਦੀ ਗੱਲ ਕੀਤੀ ਸੀ, ਉੱਥੇ ਕਹਿੰਦੇ ਸੀ ਕੈਂਡੀਡੇਟ ਨਹੀਂ ਲੱਭਣੇ, 4000 ਤੋਂ ਵੱਧ ਕੈਂਡੀਡੇਟਾਂ ਨੇ ਅਪਲਾਈ ਕੀਤਾ ਸੀਗਾ। ਇਹ ਭਾਰਤੀ ਜਨਤਾ ਪਾਰਟੀ ਦੀ ਖੂਬਸੂਰਤੀ ਹੈ। ਭਾਰਤੀ ਜਨਤਾ ਪਾਰਟੀ, ਜੇ ਕੋਈ ਵੀ ਪਾਰਟੀ ਦਾ ਬੰਦਾ ਹੋਵੇ, ਜੇ ਕਾਨੂੰਨ ਉਹਨੂੰ ਰਿਲੈਕਸੇਸ਼ਨ ਦਿੰਦੀ ਹੈ ਤੇ ਸਾਨੂੰ ਇਸ 'ਚ ਕੋਈ ਇਤਰਾਜ਼ ਨਹੀਂ। ਉਹ ਵੀਰੇ, ਆਪਣੇ ਬੱਚਿਆਂ ਨੂੰ ਬਚਾ ਕੇ ਰੱਖ, ਡਰੱਗ ਦਾ ਖਤਰਾ ਵੱਧਦਾ ਜਾ ਰਿਹਾ ਹੈ। ਔਰ ਕਾਕੇ ਚੱਲ ਅੰਦਰ ਦੇਖ ਭਰਾ, ਬੀਜੇਪੀ ਗਠਬੰਧਨ ਨੇ ਘੋਸ਼ਣਾ ਕੀਤੀ ਹੈ ਕਿ ਜਦੋਂ ਸਾਡੀ ਸਰਕਾਰ ਆਈ ਨਾ, ਅਸੀਂ ਹਰ ਜ਼ਿਲ੍ਹੇ 'ਚ ਨਸ਼ਾ ਮੁਕਤੀ ਕੇਂਦਰ ਖੋਲਾਂਗੇ ਤੇ ਜਿੰਨੇ ਵੀ ਨਸ਼ਾ ਪੀੜਤ ਨੌਜਵਾਨ ਨੇ ਉਹਨਾਂ ਨੂੰ ਠੀਕ ਕਰਾਂਗੇ ਤੇ ਸਭ ਨੂੰ ਰੋਜ਼ਗਾਰ ਦੇ ਮੌਕੇ ਵੀ ਦੇਣਗੇ। ਮਤਲਬ ਹੁਣ ਮਿਲੇਗਾ ਸਾਡੇ ਬੱਚਿਆਂ ਨੂੰ ਅੱਛਾ ਮਾਹੌਲ। ਭਾਜਪਾ ਦੇ ਨਾਲ ਨਵਾਂ ਪੰਜਾਬ। ਠੀਕ ਹੈ। ਕਿਉਂਕਿ ਜਿਹੜੇ ਤੁਸੀਂ ਬਾਕੀ ਸਿਆਸੀ ਲੀਡਰਾਂ ਦਾ ਨਾਮ ਲਿਆ, ਉਹ ਕੋਰਟ 'ਚੋਂ ਲੈ ਕੇ ਆਏ ਨੇ ਜ਼ਮਾਨਤਾਂ, ਤੇ ਆ ਫਰਲੋ ਹੈ ਜਿਹੜੀ ਐਸਡੀਐਮ ਨੇ ਦਿੱਤੀ ਹੈ। ਮੈਨੂੰ ਪਤਾ ਹੈ ਸਾਡੇ ਇੱਥੇ ਵਕੀਲ ਬੈਠੇ ਨੇ, ਉਹ ਬਹੁਤ ਕਾਲੇ ਹੋਣਗੇ ਇਹਨੂੰ ਪੁਆਇੰਟ ਆਊਟ ਕਰਨ ਲਈ, ਸੋ ਮੈਂ ਅਰਸ਼ਪ੍ਰੀਤ ਜੀ ਨੂੰ ਆਪ ਹੀ ਪੁੱਛ ਲੈਣਾ। ਅਰਸ਼ਪ੍ਰੀਤ ਜੀ, ਤੁਹਾਡੀ ਮੁਸਕਾਨ ਆ ਗਈ ਸੀ ਉਸ ਵੇਲੇ, ਮੈਂ ਸਮਝ ਗਿਆ ਸੀ, ਪਰ ਜ਼ਰੂਰ ਤੁਸੀਂ ਇਹਦਾ ਕਾਊਂਟਰ ਕਰ ਸਕਦੇ ਹੋ ਕਿ ਲੀਗਲ ਪ੍ਰੋਸੀਜਰ ਦਾ ਕੀ ਫਰਕ ਹੈ ਬਾਕੀਆਂ 'ਚ ਤੇ ਜਿਵੇਂ ਬਾਬਾ ਰਾਮ ਰਹੀਮ ਫਰਲੋ ਤੇ ਆਏ ਨੇ। ਜੀ ਅਰਸ਼ਪ੍ਰੀਤ ਜੀ, ਥੈਂਕ ਯੂ। ਪਹਿਲੀ ਗੱਲ ਤਾਂ ਮੈਂ ਦੱਸ ਦੇਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਇਹ ਕੋਰਟ ਨੇ ਨਹੀਂ, ਹਰਿਆਣਾ ਗਵਰਨਮੈਂਟ ਨੇ ਕੀਤੀ ਹੈ ਜਿਹੜੀ ਪੈਰੋਲ ਹੈ ਰਾਮ ਰਹੀਮ ਜੀ ਦੀ। ਦੂਜੀ ਗੱਲ ਇਹ ਹੈ ਕਿ ਇਹ ਕੋਈ ਕੋਇਨਸੀਡੈਂਸ ਤਾਂ ਹੈ ਨਹੀਂ ਕਿ 5 ਸਟੇਟਸ ਦੇ ਵਿੱਚ ਇਲੈਕਸ਼ਨਸ ਹੈ, ਪੰਜਾਬ ਦੇ ਵਿੱਚ, ਉੱਤਰਾਖੰਡ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕੰਸੀਡਰੇਬਲ ਵੋਟਰਸ ਹੈ ਜਿਹੜੇ ਡੇਰਾ ਨੂੰ ਫੋਲੋ ਕਰਦੇ ਆ। ਤੇ ਤੀਜਾ ਕੋਇਨਸੀਡੈਂਸ ਇਹ ਹੈ ਕਿ ਜਸਟ ਬਿਫੋਰ ਇਲੈਕਸ਼ਨਸ ਫਰਲੋ ਮਿਲ ਗਈ ਤੇ 20 ਫਰਵਰੀ ਨੂੰ ਫਰਲੋ ਖਤਮ ਹੋ ਜਾਊਗੀ। ਹੀ ਵਿਲ ਹੈਵ ਟੂ ਗੋ ਬੈਕ। ਤੇ ਇਹ ਚੀਜ਼ ਕਨੈਕਟ ਯੂ ਕੈਨ ਐਂਡ ਐਵਰੀਬਾਡੀ, ਹਰੇਕ ਵਿਅਕਤੀ ਡਾਟਸ ਨੂੰ ਕਨੈਕਟ ਕਰ ਸਕਦਾ ਹੈ ਤੇ ਦੇਖ ਸਕਦਾ ਹੈ ਕਿ ਕਿਵੇਂ ਵੋਟਰਸ ਨੂੰ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਵੋਟ ਬੈਂਕ ਪੋਲਿਟਿਕਸ ਹੋ ਰਹੀ ਹੈ ਤੇ ਕਿਵੇਂ ਉਹ ਵਿਅਕਤੀ ਨੂੰ ਫਰਲੋ ਦਿੱਤੀ ਗਈ ਦੂਜੀ ਵਾਰੀ ਨਹੀਂ, ਬੈਗ ਪੈਟਰਨ ਫॉर द ਮੈਨੀਅਥ ਟਾਈਮ, ਬਿਕੋਜ਼ ਪਿਛਲੇ ਸਾਲ ਉਹਨਾਂ ਦੇ ਮਦਰ ਬਿਮਾਰ ਸੀਗੇ, ਉਦੋਂ ਫਰਲੋ ਕੀਤੀ ਉਹਨਾਂ ਨੂੰ, ਉਦੋਂ ਇੱਕ ਦਿਨ ਦੀ ਮਿਲੀ, ਲੇਕਿਨ ਐਤਕੀ 21 ਦਿਨਾਂ ਦੀ ਮਿਲੀ। ਪਰ ਇੱਕ ਗੱਲ ਹੈ, ਜਾਂ ਤਾਂ ਰੈਗੂਲਰ ਪੈਰੋਲ ਹੁੰਦੀ ਹੈ ਜਾਂ ਦੂਜੀ ਪੈਰੋਲ ਹੁੰਦੀ ਹੈ, ਬਟ ਉਹਨਾਂ ਦੇ ਵਿੱਚ ਕੰਡੀਸ਼ਨਸ ਮੈਂਸ਼ਨਡ ਹੈ। ਉਹਨਾਂ ਚੋਂ ਇੱਕ ਵੀ ਕੰਡੀਸ਼ਨ ਇਹਨਾਂ ਨੇ ਪੂਰੀ ਨਹੀਂ ਕੀਤੀ। ਜਾਂ ਤਾਂ ਕਿਸੇ ਦੀ ਡੈਥ ਹੋਈ ਹੋਵੇ, ਜਾਂ ਪਰਿਵਾਰ ਦੇ ਵਿੱਚ ਵਿਆਹ ਹੋਵੇ ਕਿਸੇ ਦਾ, ਜਾਂ ਬਹੁਤ ਵੱਡੀ ਬਿਮਾਰੀ ਹੋਵੇ, ਇਹ ਜੇ ਕੰਡੀਸ਼ਨ ਦੇ ਵਿੱਚ ਪੈਰੋਲ ਮਿਲਦੀ ਹੈ, ਫਰਲੋ ਮਿਲਦੀ ਹੈ, ਲੇਕਿਨ ਇਹਨਾਂ ਨੇ ਇੱਕ ਵੀ ਕੰਡੀਸ਼ਨ ਸੈਟੀਸਫਾਈ ਨਹੀਂ ਕੀਤੀ। ਜੇ ਕੀਤੀ ਹੈ ਤਾਂ ਇਹ ਦੱਸਣ ਵੀ ਉਹ ਕੀ ਕੰਡੀਸ਼ਨ ਹੈ। ਦੂਜਾ, ਆਮ ਤੌਰ ਤੇ ਇੱਕ ਵਿਅਕਤੀ ਨੂੰ, ਇੱਕ ਕਨਵਿਕਟ ਨੂੰ ਪੈਰੋਲ ਮਿਲਣਾ, ਫਰਲੋ ਮਿਲਣਾ ਜ਼ਿੰਦਗੀ 'ਚ ਇੱਕ ਵਾਰ ਬਹੁਤ ਵੱਡੀ ਗੱਲ ਹੁੰਦੀ ਹੈ। ਰਾਮ ਰਹੀਮ ਜੀ ਨੂੰ ਤਾਂ ਆਲਰੇਡੀ ਇੰਨੀ ਵਾਰੀ ਮਿਲ ਚੁੱਕੀ ਹੈ। ਤੇ ਨਾਲੇ ਦ ਥਿੰਗ ਦੈਟ ਹੈਜ਼ ਟੂ ਬੀ ਨੋਟਿਸਡ ਇਜ਼ ਕਿ ਮਰਡਰ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਮਿਲੀ ਹੋਈ ਹੈ, ਰੇਪ ਕੇਸ ਦੇ ਵਿੱਚ ਉਹਨਾਂ ਨੂੰ 20 ਸਾਲ ਹੀ ਮਿਲੀ ਹੋਈ ਹੈ, ਉਹਦੇ ਬਾਵਜੂਦ ਫਿਰ ਉਹ ਬਾਹਰ ਆ ਗਏ ਆ। ਹੁਣ ਗੁਰੂਗ੍ਰਾਮ ਜਾ ਕੇ ਆਪਦੇ ਫਾਰਮ ਹਾਊਸ ਤੇ ਠਹਿਰਨਗੇ। ਸੋ ਲੋਕ ਮੂਰਖ ਨਹੀਂ ਹੈ। ਬੀਜੇਪੀ ਦਾ ਇਹ ਸਭ ਤੋਂ ਵੱਡਾ ਆਪਣਾ ਮੂਰਖਤਾ ਵਾਲਾ ਐਕਸ਼ਨ ਸਾਬਿਤ ਹੋਊਗਾ, ਬਿਕੋਜ਼ ਲੋਕਾਂ ਨੂੰ ਮੂਰਖ ਸਮਝਣਾ ਇਹਨਾਂ ਦੀ ਆਪਦੀ ਮੂਰਖਤਾ ਹੈ। ਲੋਕ ਦੇਖ ਰਹੇ ਆ ਤੇ ਲੋਕ ਇਹਨਾਂ ਨੂੰ ਇਸ ਚੀਜ਼ ਦਾ ਖਾਮਿਆਜ਼ਾ ਭੁਗਤਵਾਉਣਗੇ ਤੇ ਟਾਈਮ ਇਸ ਚੀਜ਼ ਦੀ ਗਵਾਹੀ ਭਰੂਗਾ। ਬੀਜੇਪੀ ਵਿਲ ਹੈਵ ਟੂ ਪੇ ਅ ਡੈਟ ਫॉर दैट। ਠੀਕ ਹੈ ਅਰਸ਼ਪ੍ਰੀਤ, ਇਹ ਤਾਂ ਤੁਸੀਂ ਕਹਿਤਾ, ਲੇਕਿਨ ਅਬ ਮੈਂ ਹੁਣੇ ਪੁਆਇੰਟ ਆਊਟ ਕੀਤਾ ਸੀਗਾ ਕਿ 30% ਤੋਂ ਵੱਧ ਦਲਿਤ ਪੋਪੂਲੇਸ਼ਨ ਹੈ। ਤੁਹਾਡਾ ਵੀ ਹੁਣ ਆਬਵੀਅਸਲੀ ਦਲਿਤ ਸੀਐਮ ਫੇਸ ਹੈ, ਵੋਟ ਬੈਂਕ ਪੋਲਿਟਿਕਸ ਤਾਂ ਤੁਸੀਂ ਵੀ ਕੀਤੀ ਹੈ, ਲੇਕਿਨ ਕਾਂਗਰਸ ਨੂੰ ਤਾਂ ਬਹੁਤ ਇਸ ਵੇਲੇ ਟੈਨਸ਼ਨ ਹੋਏਗੀ ਕਿ ਜਿਹੜਾ ਅਸੀਂ ਦਲਿਤ ਵੋਟ ਇੱਕ ਸੀਐਮ ਚਿਹਰਾ ਬਣਾ ਕੇ ਲੈਣਾ ਚਾਹੁੰਦੇ ਸੀਗੇ, ਉਹ ਕਿਤੇ ਬਾਬਾ ਜੀ ਦੇ ਕਹਿਣ ਤੇ ਕਿਸੇ ਹੋਰ ਪਾਰਟੀ ਵੱਲ ਨਾ ਚੱਲ ਜਾਵੇ। ਨੰਬਰ 1, ਇਹਨੂੰ ਆਪਣਾ ਦਲਿਤ ਵੋਟ ਬੈਂਕ ਨੂੰ ਅਪੀਸ ਕਰਨਾ ਕਹਿਣਾ ਇਜ਼ ਵੈਰੀ ਰੋਂਗ। ਚੰਨੀ ਸਾਹਿਬ ਪਹਿਲੀ ਸਭ ਤੋਂ ਐਜੂਕੇਟਿਡ ਸੀਐਮ ਹੈ ਪੂਰੇ ਹਿੰਦੁਸਤਾਨ ਦੇ then ਵਿੱਚ। why is congress projecting him as dalit face ਆਪਣਾ ਕਰੋ, ਬਿਕੋਜ਼ ਇਟਸ ਅ ਫੈਕਟ। ਜ਼ਰੂਰੀ ਤਾਂ ਇੱਕੋ, ਇਟਸ ਅ ਫੈਕਟ, ਜ਼ਰੂਰੀ ਤਾਂ ਨਹੀਂ ਵੀ ਇੱਕੋ ਚੀਜ਼
ਚਾਹੀਦੀ ਹੈ, ਉਹ ਕਾਬਿਲ ਨੇ, ਉਹਨਾਂ 'ਚ ਮੈਰਿਟ ਹੈ, ਉਹ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਹੈ, ਉਹ ਦਲਿਤ ਕਮਿਊਨਿਟੀ ਨੂੰ ਬਿਲੋਂਗ ਕਰਦੇ ਤੇ ਨਾਲੇ ਥੱਲੋਂ ਉੱਠੇ ਹੋਏ ਹੈ, ਗਰੀਬੀ ਦੇਖੀ ਹੈ, ਮੁਸ਼ਕਿਲਾਂ ਦੇਖੀਆਂ, ਤਕਲੀਫਾਂ ਦੇਖੀਆਂ, ਤਾਂ ਠੀਕ ਹੈ। ਕਰਕੇ ਉਹਨਾਂ ਨੂੰ ਸਮਝਦੇ ਆ ਤੇ ਪਾਲਿਸੀਜ਼ ਬਣਾ ਪਾਉਂਦੇ ਆ। 111 ਦਿਨਾਂ ਦੇ ਵਿੱਚ 1111 ਦਿਨਾਂ ਵਾਲਾ ਕੰਮ ਹੋਇਆ ਹੈ। ਬਿਊਰੋਕਰੈਟਸ ਇਸ ਚੀਜ਼ ਦੀ ਗਵਾਹੀ ਭਰਦੇ ਕਿ 3 ਸ਼ਿਫਟਾਂ ਲਾਉਣੀਆਂ ਪੈਂਦੀਆਂ ਸੀ ਸਾਨੂੰ ਟੂ ਬੀ ਏਬਲ ਟੂ ਠੀਕ ਹੈ। ਕੋਪ ਅਪ ਵਿਦ ਚੀਫ ਮਿਨਿਸਟਰ ਸਾਹਿਬ, ਬਿਕੋਜ਼ ਨਾ ਆਪ ਸੌਂਦੇ ਸੀ ਨਾ ਸਾਨੂੰ ਸੌਣ ਦਿੰਦੇ ਸੀਗੇ ਤੇ ਸਾਰਾ ਟਾਈਮ ਕੰਮ ਕਰਦੇ ਰਹਿੰਦੇ ਸੀ, ਨਾਲੇ ਸਾਡੇ ਤੋਂ ਕਰਾਉਂਦੇ ਸੀਗੇ। ਸਭ ਤੋਂ ਠੀਕ ਹੈ। ਸਸਤੀ ਬਿਜਲੀ ਹੈ, ਬਿਜਲੀ ਦੇ ਪਾਣੀ ਦੇ ਬਿੱਲ ਵੇਵ ਆਫ ਹੈ, ਡੀਜ਼ਲ ਪੈਟਰੋਲ ਦੇ ਰੇਟ ਘੱਟ ਹੋ ਗਏ, ਮਿਨੀਮਮ ਵੇਜ ਵੱਧ ਗਈ, ਸਭ ਬਹੁਤ ਕੰਮ ਹੋਇਆ ਹੈ। ਤੇ ਨਾਲੇ ਠੀਕ ਹੈ। ਅੱਜ ਦੀ ਗੱਲ ਇਹ ਮੈਨੂੰ ਇੱਕ ਚੀਜ਼ ਦੱਸ ਦੇਣ ਬੀਜੇਪੀ ਵਾਲੇ, ਸਿੰਪਲ ਸਵਾਲ ਹੈ, ਕਿਹੜੀ ਕੰਡੀਸ਼ਨ ਦੇ ਤਹਿਤ ਇਹਨਾਂ ਨੂੰ ਪੈਰੋਲ ਦਿੱਤੀ ਹੈ? ਠੀਕ ਹੈ, ਇਸ ਦਾ ਜਵਾਬ ਲਵਾਂਗੇ, ਲੇਕਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ KS ਮਠਾਰੂ ਜੀ ਸਾਡੇ ਨਾਲ ਮੌਜੂਦ ਨੇ। ਜਿੱਥੇ ਮੈਂ ਦੇਖ ਰਿਹਾ ਕਿ ਬਾਕੀ ਪਾਰਟੀਆਂ ਬੀਜੇਪੀ ਨੂੰ ਉਹਦੀ ਟਾਈਮਿੰਗ ਲਈ ਜਾਂ ਪੈਰੋਲ ਦੇਣ ਲਈ ਅਟੈਕ ਕਰ ਰਹੀਆਂ, ਸ਼੍ਰੋਮਣੀ ਅਕਾਲੀ ਦਲ ਸ਼ਾਇਦ ਇਹੋ ਜੀ ਇੱਕ ਪਾਰਟੀ ਹੈ ਜਿਹੜੀ ਰਾਮ ਰਹੀਮ ਦੇ ਬਾਹਰ ਆਉਣ ਨੂੰ ਅਪੋਜ਼ ਕਰ ਰਹੀ ਹੈ। ਮੈਂ ਇੱਕ ਵਾਰ ਫਿਰ ਇਹ ਫਰਕ ਕਲੀਅਰ ਕਰ ਦਿੰਦਾ, ਬਾਕੀ ਪਾਰਟੀਆਂ ਬੀਜੇਪੀ ਨੂੰ ਅਟੈਕ ਕਰ ਰਹੀਆਂ, ਸ਼੍ਰੋਮਣੀ ਅਕਾਲੀ ਦਲ ਬਾਬਾ ਨੂੰ ਪੈਰੋਲ ਮਿਲਣ ਨੂੰ ਅਟੈਕ ਕਰ ਰਹੀ ਹੈ। ਇਹ ਕਿਹਾ ਗਿਆ ਹੈ ਕਿ ਪਹਿਲਾਂ ਇਲੈਕਸ਼ਨਾਂ ਵਿੱਚ ਅਕਾਲੀ ਦਲ ਨੇ ਵੀ ਗਈ ਹੈ, ਡੇਰਿਆਂ ਤੇ ਗਈ ਹੈ, ਜਿਹਨੂੰ ਆਸ਼ੀਰਵਾਦ ਲੈਣਾ ਕਹਿੰਦੇ ਉਹ ਵੀ ਲਈ ਹੈ। ਮਠਾਰੂ ਸਾਹਿਬ, ਇਸ ਵਾਰ ਆਸ਼ੀਰਵਾਦ ਨਹੀਂ ਮਿਲ ਰਿਹਾ, ਕਿਉਂ ਇੰਨਾ ਆਪੋਜੀਸ਼ਨ ਕਿਉਂ ਹੋ ਰਹੀ ਹੈ ਇਸ ਵਾਰੀ? ਨਹੀਂ ਇਸ ਜੀ ਇਹੋ ਜੀ ਕੋਈ ਗੱਲ ਨਹੀਂ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਿਹੜੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ, ਚਾਹੇ ਬੀਜੇਪੀ ਹੈ, ਚਾਹੇ ਕਾਂਗਰਸ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਇਹ ਵੋਟ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਸ਼ੁਰੂ ਤੋਂ ਕਰਦੀਆਂ ਨੇ। ਕਿਉਂਕਿ ਤੁਸੀਂ ਪਿੱਛੇ ਦੇਖ ਲਓ ਆਪਣੇ ਰਾਜੋਆਣਾ ਸਾਹਿਬ, ਉਹਨਾਂ ਨੂੰ 1 ਘੰਟੇ ਦੀ ਪੈਰੋਲ ਦਿੱਤੀ ਇਹਨਾਂ ਨੇ, 1 ਘੰਟੇ ਦੀ। ਔਰ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਦੀ ਦੇਖ ਲਓ, ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਦੇ ਉੱਪਰ ਉਹਨਾਂ ਦੀ ਸਜ਼ਾ ਪੂਰੀ ਹੋ ਗਈ, ਹਾਲੇ ਤੱਕ ਸਾਈਨ ਨਹੀਂ ਕੀਤੇ, ਔਰ ਝੂਠ ਬੋਲਦੇ ਆ ਕਿ ਉਸ ਦਾ ਕੋਈ ਬੋਰਡ ਹੈ, ਜਦੋਂ ਕਿ ਇਹਨਾਂ ਦਾ ਸਤਿਆ ਪ੍ਰਕਾਸ਼ ਜੈਨ ਹੈ, MLA ਹੈ, ਉਹ ਚੇਅਰਮੈਨ ਰਿਹਾ ਉਸ ਬੋਰਡ ਦਾ ਜਿਨ੍ਹਾਂ ਨੇ ਇਸ ਨੂੰ ਅਪਰੂਵਲ ਦੇਣੀ ਹੈ। ਇਹ ਝੂਠ ਬੋਲਦੇ ਆ। ਬਾਕੀ ਗੱਲ ਜਿਹੜੀ ਬੀਜੇਪੀ ਦੀ ਹੈ, ਇਹ ਜਿਹੜੀਆਂ ਪੋਲੀਟੀਕਲ ਆਪਣੀ ਸੈਂਟਰ ਦੀਆਂ ਪਾਰਟੀਆਂ ਨੇ, ਦਿੱਲੀ ਦੀਆਂ ਜਿਹੜੀਆਂ ਪਾਰਟੀਆਂ ਨੇ, ਉਹ ਕਾਨੂੰਨ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਲੈਂਦੀਆਂ ਨੇ ਕਿ ਉਸ ਤਰ੍ਹਾਂ ਉਹਨਾਂ ਨੇ ਕਿਸ ਤਰ੍ਹਾਂ ਵੋਟ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਜਿਹੜੀ ਰਾਜੋਆਣਾ ਸਾਹਿਬ, ਉਹਨਾਂ ਦੀ ਵੀ ਤਾਂ ਸਜ਼ਾ ਪੂਰੀ ਹੋ ਗਈ, ਠੀਕ ਹੈ, ਉਹਨਾਂ ਨੂੰ ਵੀ ਬਾਹਰ ਕੱਢ ਦੇਣਾ ਚਾਹੀਦਾ। ਔਰ ਆਪਣੇ ਦਵਿੰਦਰਪਾਲ ਸਿੰਘ ਭੁੱਲਰ ਜੀ ਹੈ, ਉਹਨਾਂ ਦੀ ਵੀ ਸਜ਼ਾ ਪੂਰੀ ਹੋ ਗਈ, ਉਹਨਾਂ ਨੂੰ ਵੀ ਬਾਹਰ ਕੱਢ ਦੇਣਾ ਚਾਹੀਦਾ। ਗੱਲ ਇਹ ਨਹੀਂ, ਉਹ ਦੇਖਦੇ ਆ ਇਹ ਜਿਹੜੀ ਪਾਰਟੀ ਬੀਜੇਪੀ ਹੈ ਜਾਂ ਆਪਣੇ ਖੱਟੜ ਸਾਹਿਬ ਹੈਗੇ ਆ ਹਰਿਆਣੇ ਦਾ, ਕਿਉਂਕਿ ਇਹ ਮੈਟਰ ਹਰਿਆਣੇ ਦਾ, ਹਰਿਆਣਾ ਗਵਰਨਮੈਂਟ ਨੇ ਕੀਤਾ। ਔਰ ਪਿੱਛੇ ਜੇ ਇੱਕ ਸਟੇਟਮੈਂਟ ਵੀ ਆਈ ਸੀ ਕਿ ਖੱਟੜ ਸਾਹਿਬ ਹਰਿਆਣਾ ਦੇ ਵਿੱਚ ਆਉਣਗੇ ਸਭ ਹੋਣ ਤੋਂ ਪਹਿਲਾਂ, ਤਾਂ ਉਹਨਾਂ ਨੇ ਕਾਨੂੰਨ ਹੈ ਜਿਹੜਾ ਉਹ ਆਪਣੇ ਹਿਸਾਬ ਨਾਲ, ਕਿਉਂਕਿ ਫਰੋਲ ਮਿਲੀ ਹੈ, ਜਿਹੜੀ ਫਰੋਲ ਹੈ, ਫਰੋਲ ਇਹਨਾਂ ਦੇ ਜਿਹੜਾ ਜੇਲ੍ਹ ਮੈਨੂਅਲ ਹੈ ਉਹਦੇ ਵਿੱਚ ਇੱਕ ਤਾਂ ਪੈਰੋਲ ਹੁੰਦੀ ਹੈ, ਪੈਰੋਲ ਹੈ ਜਿਹੜੀ ਉਹ ਛੁੱਟੀ ਮਿਲਦੀ ਹੈ, ਪ੍ਰੋਪਰ ਬੰਦਾ ਘਰੇ ਆਉਂਦਾ, ਤੇ ਉਹ ਉਹਦੇ ਵਿੱਚ ਜਿਹੜੀ ਸਜ਼ਾ ਦੇ ਵਿੱਚ ਨਹੀਂ ਗਿਣੀ ਜਾਂਦੀ। ਇਹ ਜਿਹੜੀ ਫਰੋਲ ਹੈ ਇਹ ਸਜ਼ਾ ਦੇ ਵਿੱਚ ਗਿਣੀ ਜਾਂਦੀ ਆ, ਨਾਲ ਉਹਨਾਂ ਦੀ ਕੋਈ ਸਿਕਿਉਰਿਟੀ ਵਗੈਰਾ ਵੀ ਆਊਗੀ। ਮਤਲਬ ਇਹ ਆਪਣੇ ਕਾਨੂੰਨ ਨੂੰ ਆਪਣੇ ਹਿਸਾਬ ਨਾਲ ਆਪਣੇ ਫਾਇਦੇ ਵਾਸਤੇ ਜਿਹੜਾ ਹੈਗਾ ਇਹ ਦੁਰਵਰਤੋਂ ਕਰਦੇ ਆ ਇਹ। ਠੀਕ ਹੈ, SSM ਤੋਂ ਜ਼ੀਬਾ ਖਾਨ ਜੀ ਸਾਡੇ ਨਾਲ ਮੌਜੂਦ ਨੇ। ਬਾਕੀ ਸਾਰੀ ਪਾਰਟੀਆਂ ਬਹੁਤ ਐਕਟਿਵਲੀ ਇਸ ਦਾ ਵਿਰੋਧ ਕਰ ਰਹੀਆਂ ਨੇ, SSM नहीं ਮੈਨੂੰ नजर आ रही है इस चीज का विरोध करती, क्यों? देखिए बिल्कुल विरोध कर रहे हैं। बाबा राम रहीम को जो इस समय इलेक्शन के समय फरलो के तहत छोड़ा गया है, यह बिल्कुल गंदी राजनीति के तहत छोड़ा गया है और वोट बैंक की राजनीति पर पूरी तरह से वोट बैंक की राजनीति है। बहुत सारे पंजाब के ऐसे मसले हैं जो अभी हम सुन रहे थे, बंदी सिंहों को रिहा करने की मांग की जा रही थी, तो सरकार में बैठे लोग सरकार को ये बंदी सिंह नहीं दिखते हैं जिन्होंने अपनी सजा पूरी कर ली है? बाबा राम रहीम ही क्यों दिखते हैं? और वो भी इलेक्शन के समय। सबसे हास्यास्पद तो बात यह है कि इलेक्शन के समय जो भी बैड एलिमेंट्स है या जिनसे माहौल को प्रभावित होगा, ऐसे लोगों पर कड़ी निगाह रखी जाती है, पर इसके ऑपोजिट पंजाब में इलेक्शन है और बाबा राम रहीम को भाजपा सरकार छोड़ देती है। तो देश की जनता ये समझ रही है और हम समझ रहे हैं कि ये सिर्फ गंदी राजनीति के तहत है, कि सभी जानते हैं 32% जो है पंजाब में दलित पॉपुलेशन है और मालवा पे उनका खास प्रभाव है। तो बस ये वोट बैंक की राजनीति है और कुछ भी नहीं है। ऐसे बहुत से बेगुनाह लोग हैं जो जेल में हैं, 3 साल से 4 साल से उनकी बेल नहीं हो रही है, कोई सबूत नहीं है उनके खिलाफ।
गलत स्टेटमेंट का, लेकिन उन्हें रखा गया है। तो मतलब ये सरकार जो है और कानून है वो भारत सरकार की, भाजपा सरकार के हाथों की कठपुतली है। वो वोट बैंक की राजनीति के लिए, अपने फायदे के लिए, पार्टी के फायदे के लिए जब जैसे दिल होता है उसका प्रयोग करते हैं, उसका उपयोग करते हैं, और कुछ नहीं। मैं यहाँ पर एक शब्द कहना चाहती हूँ कि जिस तरह की कानून व्यवस्था बन चुकी है, आज देश में लोकतंत्र खतरे में है, संविधान खतरे में है, और पूरी कानून व्यवस्था, जो न्याय प्रणाली सभी के लिए एक जैसी होनी चाहिए। अलग अलग क्यों है, किसी के लिए कुछ है, किसी के लिए कुछ है। अगर छोड़ना ही है तो बंदी सिंहों को क्यों नहीं छोड़ा जा रहा है, जिन्होंने अपनी सजा पूरी कर ली है और उससे भी ज्यादा समय हो चुका है उनका, और बूढ़े हो चुके हैं। उन लोगों को कब सरकार छोड़ेगी? जो बाबा राम रहीम जैसे, जिन पर इतनी रेप का आरोप था, रेप केस किए हैं वो, और इतने मर्डर्स किए हैं, ऐसे अपराधी को छोड़ दिया गया। तो ये एकदम दिख रहा है, कोई डाउट ही नहीं है कि ये सिर्फ इलेक्शन के लिए और गंदी वोट राजनीति के तहत किया गया है। ठीक है। गंदी राजनीति है ये। ठीक है घोषा जी, ਤੁਸੀਂ ਇਲਜ਼ਾਮ ਵੀ ਸੁਣ ਲਏ ਨੇ, ਪਰ ਮੈਂ ਰੀਟਰੇਟ ਕਰ ਦਿੰਦਾ ਦੋ ਕੁ ਮੇਨ ਚੀਜ਼ਾਂ। ਪਹਿਲੀ ਗੱਲ ਤਾਂ ਅਰਸ਼ਪ੍ਰੀਤ ਜਿਹੜੇ ਕਾਂਗਰਸ ਦੇ ਪ੍ਰਵਕਤਾ ਨੇ ਉਹਨੇ ਜਿਵੇਂ ਪੁਆਇੰਟ ਆਊਟ ਕੀਤਾ ਤੇ ਤੁਹਾਨੂੰ ਪੁੱਛਿਆ ਕਿ ਜਿਵੇਂ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਇਹ ਇਹੋ ਜੀ ਕਿਹੜੀ ਕੰਡੀਸ਼ਨ ਫੁੱਲਫਿਲ ਕਰਦੇ ਸੀਗੇ। ਦੂਸਰਾ, ਜਿਵੇਂ ਹੁਣ ਸਾਰਿਆਂ ਨੇ ਕਿਹਾ ਤੇ ਜ਼ੀਬਾ ਖਾਨ ਜੀ ਨੇ ਵੀ ਐਸਐਸਐਮ ਤੋਂ ਇਹ ਪੁਆਇੰਟ ਆਊਟ ਕਰਤਾ ਹੈ ਕਿ ਹੋਰ ਕਈ ਦੇਸ਼ 'ਚ ਇਹੋ ਜਿਹੇ ਮੁਲਜ਼ਮ ਹੈਗੇ ਨੇ ਜਿਹੜੇ ਇਸ ਤੋਂ ਵੱਧ ਟਾਈਮ ਸਰਵ ਕਰ ਚੁੱਕੇ ਆ। ਸੋ ਜਿਹੜੀ ਕੰਡੀਸ਼ਨਸ ਇਹ ਬਾਬਾ ਰਾਮ ਰਹੀਮ ਫੋਲੋ ਕਰਦੇ ਆ ਉਹ ਕਦੋਂ ਦੀਆਂ ਉਹ ਪੂਰੀਆਂ ਕਰ ਚੁੱਕੇ ਨੇ, ਸੋ ਉਹਨਾਂ ਨੂੰ ਤਾਂ ਹੁਣ ਤੱਕ ਕੋਈ ਫਰਲੋ ਮਿਲੀ ਨਹੀਂ। ਇਹ ਦੋਵਾਂ ਚੀਜ਼ਾਂ ਦਾ ਜਵਾਬ। ਸਰ 3 ਸਾਲ ਤੋਂ ਬਾਅਦ ਨਾ, ਅਰਸ਼ਦੀਪ ਜੀ ਵਕੀਲ ਹੈ, ਕਾਂਗਰਸ ਵਾਲੇ ਆ, 3 ਸਾਲ ਤੋਂ ਬਾਅਦ ਕਿਸੇ ਨੇ ਵੀ ਫਰਲੋ ਦਿੱਤੀ ਜਾ ਸਕਦੀ ਹੈ, ਸਰਕਾਰ ਦੇ ਹੱਥ ਹੁੰਦਾ। ਦੂਜੀ ਗੱਲ ਹੈ ਵੀ ਜਿਹੜਾ ਇਹ ਕਾਂਗਰਸ ਵਾਲੇ ਪ੍ਰਵਕਤਾ ਨੂੰ ਸ਼ਾਇਦ ਯਾਦ ਨਹੀਂ ਹੈ, ਐਮਰਜੈਂਸੀ ਦਾ ਟਾਈਮ ਯਾਦ ਨਹੀਂ, ਜਦੋਂ ਸਾਰੀਆਂ ਜੇਲ੍ਹਾਂ ਭਰ ਦਿੱਤੀਆਂ ਹਿੰਦੁਸਤਾਨ ਦੀਆਂ, ਉਹ ਕਿਹੜੇ ਕੋਰਟ ਤੋਂ ਇਹਨਾਂ ਨੇ ਆਰਡਰ ਲਏ ਸੀਗੇ? ਉਦੋਂ ਕਿਹੜਾ ਦੇਸ਼ ਤੇ ਐਮਰਜੈਂਸੀ ਲਗਾਉਣ ਦੀ ਜ਼ਰੂਰਤ ਸੀ? ਪਹਿਲੀ ਵਾਰੀ ਇਦਾਂ ਹੋਇਆ ਸੀਗਾ, ਇਹ ਭੁੱਲ ਜਾਂਦੇ ਆ। ਇਹਨਾਂ ਨੂੰ 84 ਯਾਦ ਨਹੀਂ, ਉਹ ਕਿਹੜੇ ਕੋਰਟ ਤੋਂ ਆਰਡਰ ਲੈ ਕੇ ਆਏ ਸੀ ਜਦੋਂ ਸੜਕਾਂ ਤੇ ਲੋਕ ਰੋਲ ਦਿੱਤੇ ਗਏ ਸੀਗੇ, ਹਿੰਦੂ ਸਿੱਖ ਏਕਤਾ 'ਚ ਪਾੜ ਪਾ ਦਿੱਤਾ ਗਿਆ ਸੀਗਾ। ਤੇ ਅਕਾਲੀ ਦਲ ਵਾਲਿਆਂ ਨੂੰ ਮੈਂ ਜਵਾਬ ਦਿੰਦਾ, 26 ਸਾਲ ਝੰਡਾ ਤਾਂ ਇਹ ਆਪ ਬੀਜੇਪੀ ਦਾ ਚੱਕਦੇ ਰਹੇ ਆ। ਇਹ ਕਿਹੜੀਆਂ ਗੱਲਾਂ ਕਰਦੇ? ਤੇ ਜਦੋਂ ਮਜੀਠੀਆ ਸਾਹਿਬ ਇਹਨਾਂ ਦੇ ਬਾਹਰ ਆਏ ਸੀ ਤੇ ਉਦੋਂ ਗੁਣਗਾਨ ਕਿੰਨੇ ਕਹਿੰਦੇ ਸੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ। ਜਦੋਂ ਆਪ ਨੂੰ ਲੋੜ ਹੁੰਦੀ ਉਹ ਕਾਨੂੰਨ ਠੀਕ ਹੁੰਦਾ, ਜਦੋਂ ਦੂਜਿਆਂ ਦੇ ਵਾਸਤੇ ਕਾਨੂੰਨ ਚੇਂਜ ਹੋ ਜਾਂਦਾ। ਐਸਐਮ ਮੋਰਚੇ ਦੀ ਮੇਰੀ ਭੈਣ ਬੈਠੀ ਹੈ, ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ, ਜਿਹੜੇ ਤੁਹਾਡੇ ਟਾਈਮ 'ਚ ਸੰਘਰਸ਼ ਟਾਈਮ 'ਚ ਜਿਨ੍ਹਾਂ ਦੇ ਪਰਚੇ ਦਰਜ ਹੋਏ ਆ, ਉਹਨਾਂ ਦਾ ਪਿੱਛਾ ਤੁਸੀਂ ਕੀਤਾ ਨਹੀਂ। ਉਹ ਤਾਂ ਸਾਡੇ ਮਨਜਿੰਦਰ ਸਿੰਘ ਸਿਰਸਾ ਜੀ ਆਪ ਜਾਂਦੇ ਰਹੇ ਆ, ਤੁਹਾਨੂੰ ਜ਼ਮਾਨਤਾਂ ਉਹਨਾਂ ਨੇ ਆਪ ਕਰਾਈਆਂ। ਤੁਸੀਂ ਕਿਹੜੇ ਮੂੰਹ ਨਾਲ ਅੱਜ ਗੱਲ ਕਰਦੇ ਪਏ ਹੋ? ਅੱਜ ਤੁਸੀਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੰਮ ਕਰਦੇ ਪਏ। ਮੈਂ ਇੱਕ ਗੱਲ ਫਿਰ ਕਹਿ ਦੇਣਾ ਚਾਹੁੰਦਾ, ਭਾਰਤੀ ਜਨਤਾ ਪਾਰਟੀ ਤੁਹਾਡੀ ਵਿਰੋਧਤਾ ਦਾ ਕੰਮ ਨਹੀਂ ਕਰਦਾ, ਆਪਣੇ ਟਾਰਗੇਟ ਨੂੰ ਲੈ ਕੇ ਚੱਲਦਾ, ਆਪਣੇ ਦੇਸ਼ ਵਾਸੀਆਂ ਦੀ ਗੱਲ ਕਰਦਾ। ਇਸ ਟਾਈਮ ਦੇਸ਼ 'ਚ ਪੀਸਫੁਲ ਮਾਹੌਲ ਆ, ਪਰ ਕਾਂਗਰਸ ਸਰਕਾਰ देश का, मैं गल सुन लो जी मैडम, मेरी बहन बात सुन लो, आप सुन लो प्लीज। हाँ जी, देश ਦੇ ਅੰਦਰ ਬਹੁਤ ਅੱਛਾ ਮਾਹੌਲ ਹੈ, ਸਿਰਫ ਇੱਕ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੋਕਿਆ, ਉਹ ਕਿਹੜੇ ਕੋਰਟ ਦੇ ਤਹਿਤ ਇਹਨਾਂ ਨੇ ਕਾਫਲਾ ਰੋਕਿਆ ਸੀਗਾ ਉਹ ਇਹਨਾਂ ਨੂੰ ਯਾਦ ਨਹੀਂ ਹੈ। ਜਿਹੜੇ ਕਾਨੂੰਨ ਇਹਨਾਂ ਨੂੰ ਫਾਲੋ ਕਰਨੇ ਚਾਹੀਦੇ ਉਹ ਫੋਲੋ ਨਹੀਂ ਕਰਦੇ। ਇਹਨਾਂ ਨੇ ਡੀਜੀਪੀ ਸਾਹਿਬ ਨੂੰ ਲਾਇਆ, ਉਹਦੇ ਕਿੱਦਾਂ ਟਾਈਮਿੰਗ ਉਹਨਾਂ ਨੂੰ ਯਾਦ ਨਹੀਂ। ਮਜੀਠੀਆ ਸਾਹਿਬ ਤੇ ਜਿਹੜਾ ਪਰਚਾ ਦਰਜ ਕੀਤਾ ਸੀ ਉਹ ਇਹਨਾਂ ਨੂੰ ਟਾਈਮਿੰਗ ਯਾਦ ਆਉਂਦੀ, ਇਹਨਾਂ ਨੂੰ ਸਾਡੀ ਟਾਈਮਿੰਗ ਤੇ ਯਾਦ ਆਉਂਦੀ ਹੈ। ਮੈਂ ਭਾਰਤੀ ਜਨਤਾ ਪਾਰਟੀ ਦਾ ਫਿਰ ਕਹਿ ਦੇਣਾ, ਸਾਡਾ ਇੱਕੋ ਇੱਕ ਲਕਸ਼ ਹੈ, ਦੇਸ਼ ਦੀ ਸੁਰੱਖਿਆ, ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ। ਅਸੀਂ ਲੈ ਕੇ ਜਾਵਾਂਗੇ, ਇਹਦੇ ਵਿੱਚ ਕਾਨੂੰਨ ਦੇ ਵਿੱਚ ਅਸੀਂ ਇੰਟਰਫੇਅਰ ਨਹੀਂ ਕਰਦੇ। ਘੋਸ਼ਾ ਜੀ, ਤੁਸੀਂ ਤਿੰਨੋਂ ਪਾਰਟੀਆਂ ਨੂੰ ਅਟੈਕ ਕਰਤਾ, ਪਰ ਜਿਹੜੇ ਦੋ ਸਵਾਲ ਸੀ ਉਹਨਾਂ ਦਾ ਜਵਾਬ ਤੁਸੀਂ ਹਜੇ ਵੀ ਨਹੀਂ ਦਿੱਤਾ। ਉਹਦਾ ਜਵਾਬ ਹਜੇ ਵੀ ਮੈਂ ਲੱਭ ਰਿਹਾ। ਜੀ ਜੀ ਦੱਸੋ ਜੀ, ਦੱਸੋ, ਬਿਲਕੁਲ ਪੁੱਛੋ। ਮੈਂ ਪਹਿਲਾਂ ਵੀ ਇਹੀ ਪੁੱਛਿਆ ਸੀਗਾ ਕਿ ਇਹੀ ਪੁੱਛਿਆ ਸੀ ਪਹਿਲਾਂ ਵੀ ਕਿ ਕੰਡੀਸ਼ਨਸ ਇਹੋ ਜਿਹੀਆਂ ਕਿਹੜੀਆਂ ਸੀਗੀਆਂ ਜਿਹੜਾ ਉਹ ਫੁੱਲਫਿਲ ਕਰਦੇ ਆ, ਤੇ ਜਿਹੜੇ ਬਾਕੀ ਲੋਕੀ ਬੈਠੇ ਨੇ ਜੇਲ੍ਹਾਂ 'ਚ ਉਹਨਾਂ ਤੋਂ ਜ਼ਿਆਦਾ ਟਾਈਮ ਹੋ ਗਿਆ ਉਹ ਨਹੀਂ ਕਰਦੇ, ਜਿਹਨੂੰ ਫਰਲੋ ਨਹੀਂ ਮਿਲ ਰਿਹਾ। ਭਾਈ ਰੱਜੋਆਣਾ ਸਾਹਿਬ ਵੀ ਬਾਹਰ ਆਏ ਸੀ, ਤੁਹਾਨੂੰ ਯਾਦ ਹੋਣਾ, ਪਿਛਲੇ ਹਫਤੇ ਦੀ ਗੱਲ ਹੈ, ਉਹ ਵੀ ਸੁਰਖੀਆਂ ਬਣੀਆਂ ਸੀਗੀਆਂ। ਸਾਡਾ ਦੇਖੋ, ਅਸੀਂ ਕਾਨੂੰਨ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਇਹ ਕਾਨੂੰਨ ਦਾ ਪ੍ਰੋਸੀਜਰ ਹੈ, ਜੋ ਕਾਨੂੰਨ ਨੇ ਕੀਤਾ ਇਹ ਕਾਨੂੰਨ ਜਵਾਬ ਦੇ ਸਕਦਾ। ਜੇ ਕਾਨੂੰਨ ਦੇ ਵਿੱਚ ਫੁੱਲਫਿਲ ਕਰਦੇ ਸੀ ਤਾਂ ਹੀ ਬਾਹਰ ਆਏ ਆ। ਪਰ ਇਹ ਤਾਂ ਜੀ ਐਸਡੀਐਮ ਨੇ ਦਿੱਤੀ ਹੈ ਨਾ ਜੀ, ਕੋਰਟ ਨੇ ਨਹੀਂ ਦਿੱਤੀ ਫਰਲੋ। ਇਹੀ ਤਾਂ ਗੱਲ ਉਹ ਵੀ ਐਸਡੀਐਮ ਤੇ ਕੋਲ ਵੀ ਪਾਵਰ ਹੁੰਦੀ ਹੈ, ਜੇ ਦਿੱਤੀ ਹੈ ਤਾਂ ਕੋਈ ਕਾਰਨ ਦਿੱਤੀ ਹੋਏਗੀ ਨਾ, ਐਵੇਂ ਤਾਂ ਨਹੀਂ ਕਿਸੇ ਨੂੰ ਕੱਢ ਸਕਦੇ ਬਾਹਰ ਜੀ। ਠੀਕ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਕਿਸੇ ਕਾਰਨ ਦਿੱਤੀ ਹੋਏਗੀ, ਉਹ ਕਾਰਨ ਹੀ ਅਸੀਂ ਅੱਜ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ੀਬਾ ਜੀ, ਇੱਕ ਮੈਨੂੰ ਲੱਗਦਾ ਬੜਾ ਇੰਪੋਰਟੈਂਟ ਇਹਨਾਂ ਨੇ ਸਵਾਲ ਚੱਕਿਆ ਕਿ ਜਿੰਨੇ ਕਿਸਾਨ ਉਸ ਵੇਲੇ ਮੂਵਮੈਂਟ ਵੇਲੇ ਸੀਗੇ ਜੇਲ੍ਹਾਂ 'ਚ, ਉਹਨਾਂ ਲਈ ਮਨਜਿੰਦਰ ਸਿੰਘ ਸਿਰਸਾ ਸਭ ਤੋਂ ਅੱਗੇ ਸੀਗੇ, ਤੇ ਆਹ ਫੈਕਟ ਹੈ। ਸੋ ਇਹ ਬਿਲਕੁਲ ਸਹੀ ਗੱਲ ਹੈ, ਤੇ ਇਹਦਾ ਜਵਾਬ ਵੀ ਤੁਹਾਡੇ ਤੋਂ ਜ਼ਰੂਰ ਚਾਹੂੰਗਾ, ਕਿਉਂਕਿ ਤੁਸੀਂ ਅੱਜ ਐਸਐਸਐਮ ਵੱਲੋਂ ਬੈਠੇ ਹੋ। जी फिर से प्लीज एक बार क्वेश्चन रिपीट कीजिए सर।
जी, इन्होंने कहा है कि जब किसान हमारे जितने जेलों में गए मोर्चे के चलते, तब मनजिंदर सिंह सिरसा ही सबसे ज्यादा एक्टिव थे, उनके लिए लड़ रहे थे, जो अब बीजेपी में है। तो ये इनका सवाल बिल्कुल सही है कि एसएसएम उनके लिए कुछ क्यों नहीं किया। ਕੀ ਹਾਲ ਆ ਭਰਾਵਾ ਮੈਂ ਵਧੀਆ ਠੀਕ ਠਾਕ ਹੈ? ਸਾਹਿਬ। ਬਈ ਮੈਂ ਸੁਣਿਆ ਕਿ ਤੁਸੀਂ ਪੰਜਾਬ ਛੱਡ ਕੇ ਆਪਦੀ ਇੰਡਸਟਰੀ ਯੂਪੀ ਲੈ ਕੇ ਚੱਲੇ ਹੋ। ਕੁਛ ਨਹੀਂ ਹੋਇਆ ਭਰਾਵਾ ਇੱਥੇ ਇੰਡਸਟਰੀ ਦੀ ਹਾਲਤ ਤੈਨੂੰ ਪਤਾ ਹੀ ਹੈ। ਸਰਕਾਰ ਕੋਈ ਮਦਦ ਨਹੀਂ ਕਰਦੀ। ਤੁਸੀਂ ਸੁਣਿਆ ਨਹੀਂ, ਬੀਜੇਪੀ ਗਠਬੰਧਨ ਨੇ ਘੋਸ਼ਣਾ ਕੀਤੀ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆਈ, ਪੰਜਾਬ ਦੇ ਵਿੱਚ ਵੱਖ-ਵੱਖ ਆਰਥਿਕ ਜ਼ੋਨ ਬਣਾਏ ਜਾਣਗੇ ਤੇ ਜਿਹੜਾ ਪੰਜਾਬ ਦਾ ਜ਼ਿਲ੍ਹਾ ਮੁਹਾਲੀ ਹੈ, ਇਹਨੂੰ ਆਈਟੀ ਦਾ ਹੱਬ ਬਣਾਇਆ ਜਾਏਗਾ। ਹੈਗਾ ਪੰਜਾਬ 'ਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਚੰਗਾ ਬਾਜ਼ਾਰ, ਚੰਗਾ ਵਪਾਰ। एसएसएम के कुछ करने से पहले ही बीजेपी ने उन्हें खरीद लिया ना, कैसे करती। और डीएम सिर्फ ऐसे ही लोगों को छोड़ते हैं फरलों पर जिससे बीजेपी की वोट बैंक की राजनीति सधेगी। मैं गोसा भैया माफ कीजिएगा, मैं आपको कुछ नहीं बोल रही हूँ, पर बैठे में है प्रवक्ता है, मैं समझ सकती हूँ कि आप अंदर से आपका मन दुखी होगा, लेकिन आपकी बोलना मजबूरी है पार्टी में, तो मैं समझ सकती हूँ आपकी मजबूरी। पर बीजेपी हमेशा ऐसे ही लोगों को फरलो देती है जिससे उसकी वोट बैंक की राजनीति पक्की हो सके, ना कि ऐसे लोग। पहले भैया गोसा भैया ये जवाब दे कि जो सिंह है, बंदी सिंहों को रिहा क्यों नहीं किया जा रहा है, जिन्होंने अपनी सजा काट ली है। ठीक है, जवाब ले लेने। बहुत से बेकसूर लोग ऐसे बैठे पड़े हैं जिससे सरकार का खासा दुश्मनी है, जिसे पसंद नहीं करते हैं, उन लोगों को बेल नहीं मिलती है। ऐसे में जब इलेक्शन सर पर था और बाबा राम रहीम का पंजाब पर प्रभाव है, ऐसे में भाजपा सरकार का छोड़ना यह सिर्फ गंदी राजनीति के तरफ उंगली दिखाती है, इशारा करती है, और कुछ नहीं। इस पर कोई और डिबेट नहीं जवाब होना ले चाहिए। लेंगे। एक ही बात है, सिर्फ वोट बैंक की राजनीति के जवाब ले वजह लेंगे। से छोड़ा गया जवाब ले है। लेंगे। अगर फरलो बंदी सिंहों को क्यों नहीं मिलना चाहिए, ठीक है, वो जीबा जी क्यों जवाब नहीं ले बाहर लेंगे। आने चाहिए, अब तक जेल में क्यों है, पूछिए गोसा भैया से क्यों जवाब है ले अब लेते तक? हैं। हाँ जी। उन्हें क्यों नहीं भाजपा छोड़ रही है, जी 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 क्योंकि भाजपा को मैं उनसे अपने कोई फायदा नहीं है। सुनो इलेक्शन सुनो में। सुनो सुनो जवाब ले जीवा लेंगे। बहन सुनो, हिंदी में बता रहा हूँ, आपको जल्दी समझ आ जाएगा। बात ऐसी है कि आप कह रहे हैं कि मेरी नहीं 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 मैं समझा, पंजाबी जी कर दो, साडे ऑडियंस ਨੂੰ ਵੀ ਸਮਝ ਆ ਜਾਊ। ਚਲੋ ਮੈਂ ਨਹੀਂ ਚਲੋ ਜੀ, ਜਵਾਬ ਆਡੀਅנס ਲੈ ਹਿੰਦੀ ਲੈਤੇ। ਪੰਜਾਬੀ ਦੋਨੇ ਸਮਝ ਜਾਂਦੀ ਹੈ। ਗੱਲ ਇਦਾਂ ਹੈ ਜੀ, ਇਹ ਬੰਦੀ ਸਿੰਘਾਂ ਦੀ ਗੱਲ ਕਰਦੇ, ਅਸੀਂ ਕਹਿ ਰਹੇ ਕੋਰਟ ਦਾ ਪ੍ਰੋਸੀਜਰ ਹੈ, ਅਸੀਂ ਹਰ ਕੋਰਟ ਦੇ ਪ੍ਰੋਸੀਜਰ ਨੂੰ ਹੈਲਪ ਕਰਾਂਗੇ ਜਿਹਦੇ ਵਿੱਚ ਜਿਹੜੇ ਸਜ਼ਾ ਕੱਟ ਚੁੱਕੇ ਉਹ ਬਾਹਰ ਆ ਸਕਣ। ਪਹਿਲਾ ਜਵਾਬ ਇਹ ਹੈ। ਦੂਜਾ ਗੱਲ ਹੈ, ਮੈਂ ਦੱਸ ਦੇਣਾ, ਉਹਨਾਂ ਨੇ ਜਿਹੜੇ ਕਿਸਾਨੀ ਮੋਰਚੇ ਦੇ ਜਿਹੜੇ ਆਗੂ ਸੀਗੇ, ਉਹ ਮੈਂ ਨਾਮ ਲੈਣਾ ਨਹੀਂ ਚਾਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਉਹਨਾਂ ਨੇ ਕਿਉਂ ਨਹੀਂ ਜਿਹੜੇ ਉਸ ਟਾਈਮ ਦੇ ਸੰਘਰਸ਼ ਦੇ ਵਿੱਚ ਸੀਗੇ ਬੰਦਿਆਂ ਦਾ ਸਾਥ ਕਿਉਂ ਨਹੀਂ ਦਿੱਤਾ, ਕਿਉਂਕਿ ਉਹਨਾਂ ਦਾ ਮੋਟਿਵ ਇਹ ਨਹੀਂ ਸੀਗਾ, ਉਹਨਾਂ ਦਾ ਮੋਟਿਵ ਲੀਡਰੀ ਕਰਨਾ ਸੀਗਾ। ਤੇ ਸੜਕਾਂ ਤੇ ਤਾਂ ਕਿਸਾਨ ਆਮ ਸੁੱਤੇ ਰਹੇ ਤੇ ਉਹ ਆਪ ਹੋਟਲਾਂ 'ਚ ਸੌਂਦੇ ਸੀਗੇ। ਉਹਨਾਂ ਦੀਆਂ ਵੀਡੀਓ ਚਾਹੀਦੀਆਂ, ਮੇਰੀ ਭੈਣ ਨੂੰ ਜੀਵਨ ਮੈਂ ਭੇਜ ਦੂੰਗਾ, ਵੀਡੀਓ ਵੀ ਭੇਜ ਦੂੰਗਾ, ਫੋਟੋ ਭੇਜ ਦੂੰਗਾ ਕਿ ਮੈਂ ਵੀ ਉੱਥੇ ਸੀਗਾ। ਇਹ ਸੜਕਾਂ ਤੇ ਸੁੱਤੇ ਰਹੇ। ਨਹੀਂ ਮੈਂ ਗੱਲ ਕਰਦਾ ਵੀ ਇਹ ਗੱਲ ਇਹ ਹੈ ਵੀ ਐਸਐਮ ਮੋਰਚੇ ਵਾਲੀ ਮੇਰੀ ਬਹਿਨ ਮਤਲਬ ਬੜੀ ਉੱਚੀ ਉੱਚੀ ਗੱਲ ਕਰ ਰਹੇ ਨਾ। ਅਸੀਂ ਫਿਰ ਕਹਿ ਰਹੇ ਹਾਂ ਵੀ ਜਿਹੜੇ ਕਾਨੂੰਨ ਦੇ ਪ੍ਰੋਸੀਜਰ 'ਚ ਜਿਹੜਾ ਚੱਲਦਾ ਹੋਏਗਾ, ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜੋ ਦਾਇਤਵ ਬਣਦਾ ਜੇ ਕੇਂਦਰ 'ਚ ਸਰਕਾਰ ਆ, ਅਸੀਂ ਉਹ ਆਪਣਾ ਨਿਭਾਵਾਂਗੇ। ठीक है अर्शप्रीत, क्योंकि कांग्रेस की सरकार रही है तो मैं दोबारा ये सवाल तुहानू पूछ रहे हैं, दलित पॉपूलेशन दा वोट इंपॉर्टेंट है, एक वड्डा वोट बैंक है, ਉਹਨੂੰ ਤੁਸੀਂ ਹੁਣ ਸਮਝ ਰਹੇ ਹੋ ਕਿ ਤੁਹਾਨੂੰ ਖਤਰਾ ਪੈ ਸਕਦਾ ਹੈ ਜੇ ਤੁਸੀਂ ਬੀਜੇਪੀ ਨੂੰ ਟਾਰਗੇਟ ਕਰ ਰਹੇ ਹੋ ਕਿ ਆਪਣੇ ਫਾਇਦੇ ਲਈ ਕਰ ਰਹੇ ਸੋ ਕਾਂਗਰਸ ਨੂੰ ਉਹਦਾ ਨੁਕਸਾਨ ਹੋ ਸਕਦਾ। अर्शप्रीत ਤੁਹਾਡੀ ਆਵਾਜ਼ ਨਹੀਂ ਆ ਰਹੀ है। Give me a second. हाँ जी अर्शप्रीत, ਹੁਣ ਆ ਰਹੀ ਹੈ आवाज आ रही जी। ਰਾਈਟ। ਮੈਂ ਇਹ ਕਹਿ ਰਿਹਾ ਸੀਗਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ 1% ਦਾ ਵੀ ਨੁਕਸਾਨ ਸਾਨੂੰ ਹੋਊਗਾ, ਬਿਕੋਜ਼ ਅਸੀਂ ਇਹ ਵੋਟ ਬੈਂਕ ਪੋਲਿਟਿਕਸ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਨੇ, ਆਮ ਆਦਮੀ ਪਾਰਟੀ ਨੇ, ਬੀਜੇਪੀ ਨੇ ਕੀ ਕਿਹਾ ਸੀ, ਅਸੀਂ ਡਿਪਟੀ ਸੀਐਮ ਦਲਿਤ ਬਣਾਵਾਂਗੇ। ਅਸੀਂ ਇਹਨਾਂ ਨੇ ਕਿਹਾ, ਅਸੀਂ ਕਰਤਾ, ਨਾਲੇ ਦੂਜੀ ਵਾਰੀ ਕਰਤਾ, ਅਸੀਂ ਸੀਐਮ ਫੇਸ ਡਿਕਲੇਅਰ ਕਰਤਾ। ਸੋ ਦੇਅਰਫੋਰ ਇੱਥੋਂ ਡਿਫਰੈਂਸ ਪਤਾ ਲੱਗਦਾ ਕਿ ਇਹ ਵੋਟ ਬੈਂਕ ਪੋਲਿਟਿਕਸ ਕਰਦੇ ਆ, ਅਸੀਂ ਇੰਪਾਵਰਮੈਂਟ ਕਰਦੇ ਆ ਤੇ ਅਸੀਂ ਮੈਰਿਟ ਨੂੰ ਆਨਰ ਕਰਦੇ ਆ। ਜਿੱਥੋਂ ਤੱਕ ਅੱਜ ਦੇ ਮੁੱਦੇ ਦੀ ਗੱਲ, ਪੈਰੋਲ ਦਾ ਲਾਅ ਕਹਿੰਦਾ ਕਿ a specific purpose has to be mentioned। ਉਹ ਸਪੈਸੀਫਿਕ ਪਰਪਸ ਕੀ ਹੈ, ਉਹ ਕੰਡੀਸ਼ਨ ਕੀ ਹੈ, ਸਾਨੂੰ ਪੰਜਾਬੀ ਚ ਸਿੰਪਲ ਆਪਣਾ ਸ਼ਬਦਾਂ ਚ ਦੱਸਦੇ ਨੇ। ਇਹ ਜੇ ਗ੍ਰਾਂਟ ਕੀਤੀ ਹੈ, ਨਾਲੇ ਮੈਂ ਦੱਸਦਾ ਇਹ ਵਾਰ-ਵਾਰ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੇਲਸ ਮਿਨਿਸਟਰ ਜਿਹੜੇ ਹਰਿਆਣਾ ਦੇ ਆ, ਮਿਸਟਰ ਚੌਟਾਲਾ,
ਉਹਨਾਂ ਨੇ ਸਿੰਪਲੀ ਹਰੇਕ ਸਵਾਲ ਨੂੰ ਇਗਨੋਰ ਕਰਤਾ। ਕਹਿੰਦੇ ਕਾਨੂੰਨ ਦੇ ਹਿਸਾਬ ਨਾਲ ਹਰੇਕ ਨੂੰ ਹੱਕ ਹੈ। ਸੁਪਰੀਮ ਕੋਰਟ ਦੀ ਜਜਮੈਂਟ ਹੈ, ਸੁਪਰੀਮ ਕੋਰਟ ਨੇ ਕਲੀਅਰਲੀ ਦੱਸਿਆ ਹੋਇਆ ਹੈ ਕਿ ਜਿਹੜਾ ਪੈਰੋਲ ਹੈ ਉਹ ਇਟ ਇਜ਼ ਨਾਟ ਐਨ ਐਬਸੋਲੂਟ ਰਾਈਟ। ਕਿਸੇ ਲਈ ਵੀ ਉਹ ਇੱਕ ਐਬਸੋਲੂਟ ਰਾਈਟ ਨਹੀਂ ਹੈ। ਉਹਦੀਆਂ ਕੰਡੀਸ਼ਨਸ ਵੀ ਸੈਟੀਸਫਾਈ ਕਰਨੀਆਂ ਪੈਂਦੀਆਂ ਐਂਡ ਇਟ ਇਜ਼ ਗਿਵਨ ਔਨ ਦ ਬੇਸਿਸ ਆਫ ਗੁੱਡ ਬਿਹੇਵੀਅਰ। ਮੈਨੂੰ ਦੱਸੋ ਨੇ ਕਿਹੜਾ ਗੁੱਡ ਬਿਹੇਵੀਅਰ ਕੀਤਾ। ਦੂਜਾ, ਜਿਹੜੀ ਕੰਡੀਸ਼ਨ ਮੈਂਸ਼ਨਡ ਹੈ ਉਹਨਾਂ ਚੋਂ ਇੱਕ ਕੰਡੀਸ਼ਨ ਦੱਸ ਦੇਣ ਜੇ ਰਲਦੀ ਮਿਲਦੀ ਵੀ ਹੋਵੇ। ਤੇ ਤੀਜਾ, ਸਿੰਪਲ ਚੀਜ਼ ਪੁੱਛਦਾ ਹੈ ਕਿ ਦੇਖੋ ਉੱਥੇ ਇੰਨੇ ਲੋਕ ਹੈ who deserve to get a furlough, who deserve to get a parole। ਸਾਲੋਂ ਸਾਲ ਬੀਤ ਜਾਂਦੇ ਆ, ਉਹਨਾਂ ਨੂੰ ਮਿਲਦੀ ਨਹੀਂ, ਤੇ ਮਿਲ ਵੀ ਜਾਵੇ ਤਾਂ ਘੰਟੇ ਲਈ 2 ਘੰਟੇ ਲਈ। ਇਮਰਜੈਂਸੀ ਆਪਣਾ ਹੁੰਦੀ ਹੈ, ਉਸ ਤੋਂ ਬਾਅਦ ਪੂਰਾ ਕਰਕੇ ਵਾਪਸ ਆਉਣਾ ਪੈਂਦਾ। 21 ਦਿਨਾਂ ਦਾ ਲੌਜਿਕ ਕੀ ਹੈ? 21 ਦਿਨ ਨਾਲ ਕੀ ਹੋਊਗਾ ਇਹ ਸਮਝਣ ਦੀ ਲੋੜ ਹੈ, ਬਿਕੋਜ਼ ਲਾਅ ਇਜ਼ ਆਲ ਅਬਾਊਟ ਕਾਮਨ ਸੈਂਸ ਤੇ ਜੂਰਿਸਪ੍ਰੂਡੈਂਸ ਇਜ਼ ਬੇਸਡ ਅਪਨ ਲੌਜਿਕਸ। ਇਹਨਾਂ ਨੇ ਚਲੋ ਦੇਤੀ, ਉਹਦੀ ਕੰਡੀਸ਼ਨ ਦੱਸ ਦੇ ਤੇ ਇਹ ਟਾਈਮਿੰਗ ਜਿਹੜੀ 21 ਦਿਨ ਦੀ ਰੱਖੀ ਹੈ ਉਹਦਾ ਇਹਨਾਂ ਇਹ ਕਾਰਨ ਦੱਸ ਦੇ ਤਾਂ ਕਿ ਚਰਾ ਕਰੇ। ਪਹਿਲਾ ਜਵਾਬ ਤਾਂ ਇਹ ਹੈ ਕਿ ਰਾਹੁਲ ਨੇ ਦਰਬਾਰ ਆ ਕੇ ਮਾਫੀ ਮੰਗੀ, ਪਾਰਲੀਮੈਂਟ ਦੇ ਵਿੱਚ ਜਾ ਕੇ। ਪਤਾ ਲੱਗਦਾ ਹੈ ਕਿ ਉਹਨਾਂ ਨੇ ਜਿਹੜੀ ਚੀਜ਼ ਉਹਨਾਂ ਨੇ ਨਹੀਂ ਕੀਤੀ ਉਹਦੀ ਵੀ ਮਾਫੀ ਮੰਗੀ ਹੈ। ਲੇਕਿਨ ਫਰਕ ਹੈ ਨਾ ਕਿ ਆ ਹੋ ਗਿਆ ਤੇ ਅਸੀਂ ਆ ਕਰਤਾ। ਟੂ ਰੌਂਗਸ ਡੂ ਨਾਟ ਮੇਕ ਅ ਰਾਈਟ ਐਨੀ ਤੇ ਇੱਥੇ ਰਿਸਪੌਂਸਿਬਿਲਿਟੀ ਤੁਹਾਡੇ ਤੇ ਹੈ। ਤੁਸੀਂ ਉਹ ਵਿਅਕਤੀ ਨੂੰ ਬਾਹਰ ਛੱਡਿਆ ਹੈ ਜਿਨ੍ਹਾਂ ਦੇ ਖਿਲਾਫ ਸੀਰੀਅਸ ਕੇਸਿਸ ਪੈਂਡਿੰਗ ਹੈ ਨਾ, 1-2 ਨਹੀਂ ਬਥੇਰੇ ਕੇਸਿਸ ਪੈਂਡਿੰਗ ਹੈ, ਕੁਝ ਸਜ਼ਾ ਹੈ, ਕੁਝ ਹੋਰ ਹੋ ਸਕਦੀ ਹੈ। ਤੇ ਯੂ ਹੈਵ somebody like that out of the street, so people have the right to ask questions ਤੇ ਸਾਨੂੰ ਕੁਐਸਚਨ ਜਵਾਬ ਦਿਓ। ਕੰਡੀਸ਼ਨ ਜਿਹੜੀ ਹੈਗੀ ਹੈ ਉਹ ਪਰ ਪੈਰੋਲ ਤੇ ਫਰਲੋ ਵਿੱਚ ਵੀ ਫਰਕ ਹੈ ਅਰਸ਼ਪ੍ਰੀਤ, ਰਾਈਟ? ਇਹ ਜਿਹੜੇ ਤੁਸੀਂ ਰੂਲਸ ਦੱਸੇ ਉਹ ਪੈਰੋਲ ਲਈ ਹੁੰਦੇ, ਕੀ ਇਹ ਫਰਲੋ ਲਈ ਵੀ ਹੁੰਦੇ ਨੇ ਅਕੋਰਡਿੰਗ ਟੂ ਲਾਅ? ਸਿੰਪਲ ਜੀ ਚੀਜ਼ ਹੈ। a lot of people are the word ਇਹਨਾਂ ਨੂੰ ਵੀ ਫਰਲੋ ਹੈਗਾ ਬੋਲਣਾ, ਮੈਂ ਉਹਦੇ ਹਿਸਾਬ ਨਾਲ ਜਿਹੜੀ ਹੈ ਉਹ ਫਿਰ ਵੀ ਇਹਨਾਂ ਨੂੰ ਮੈਂਸ਼ਨ ਕਰ ਉਹ ਰਿਕੁਆਇਰਮੈਂਟ ਹੈ। ਗੋਸ਼ਾ ਜੀ ਜਵਾਬ ਦੇਣਾ ਚਾਹੋਗੇ ਇਹਦਾ? ਬਿਲਕੁਲ ਜਵਾਬ ਦੇਣਾ। ਜਿਨ੍ਹਾਂ ਨੂੰ ਇਹ ਬੜਾ ਡੇਂਜਰ ਕਹਿੰਦੇ ਨਾ, ਬੜੀ ਗੱਲਾਂ ਕਰਦੇ ਪਰਲੋ ਫਰਲੋ ਦੀਆਂ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ 7 ਫਰਵਰੀ ਨੂੰ ਵਿਜੇ ਇੰਦਰ ਸਿੰਗਲਾ ਜੀ ਉਹਨਾਂ ਦੇ ਸੰਗਰੂਰ ਦੇ ਵਿੱਚ ਪ੍ਰੋਗਰਾਮ 'ਚ ਗਏ, ਠੀਕ ਹੈ ਜੀ। ਦਵਿੰਦਰ ਸਿੰਘ ਘੁਬਾਇਆ ਜੀ ਫਾਜ਼ਿਲਕਾ ਵਾਲੇ ਉਹ ਗਏ, ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਜੀ ਗਏ, ਇਹਨਾਂ ਦੇ ਜਸਵਿੰਦਰ ਸਿੰਘ ਜੀ ਤਾਂ ਸਾਰਿਆਂ ਨੂੰ ਦੁਨੀਆ ਨੂੰ ਪਤਾ ਵੀ ਉਹਨਾਂ ਦਾ ਕੀ ਇਹਨਾਂ ਦਾ ਰਿਲੇਸ਼ਨ ਹੈ, ਮੈਨੂੰ ਉਹਨਾਂ ਦੇ ਬਾਰੇ ਵੀ ਦੱਸ ਦੇਣ। ਜੇ ਇਹਨਾਂ ਨੂੰ ਘਬਰਾਹਟ ਨਹੀਂ ਹੈ, ਕੋਈ ਗੱਲ ਨਹੀਂ ਹੈ, ਜੇ ਵੋਟਾਂ ਦਾ ਕੋਈ ਫਰਕ ਨਹੀਂ ਪੈਂਦਾ, ਫਿਰ ਟੈਨਸ਼ਨ ਇਹਨਾਂ ਨੂੰ ਕਾਹਦੀ ਹੈ? ਇਹਨਾਂ ਨੂੰ ਟੈਨਸ਼ਨ ਕਿਸ ਗੱਲ ਦੀ ਸਤਾ ਰਹੀ ਹੈ? ਮੈਂ ਬਾਰ-ਬਾਰ ਕਹਿ ਦਿੰਦਾ, ਇਹ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦਾ ਵਿਰੋਧ ਕਰਨਾ ਬਣਦਾ, ਪਰ ਐਮਰਜੈਂਸੀ ਤੇ ਕਦੇ ਨਹੀਂ ਬੋਲਦੇ। ਉਹ ਕਿਹੜੇ ਲਾਅ ਦੇ ਹਿਸਾਬ ਨਾਲ ਹੋਈ ਸੀ ਉਹ ਵੀ ਦੱਸ ਦੇਣ, ਵੀ ਵਕੀਲ ਹੈ, ਮੈਨੂੰ ਪਤਾ ਲੱਗ ਜਾਊਗਾ ਵੀ ਸਾਨੂੰ ਵੀ ਲੋਕਾਂ ਨੂੰ ਦੱਸ ਦਿਆ ਵੀ ਹਿੰਦੁਸਤਾਨ ਦੇ ਅੰਦਰ ਐਮਰਜੈਂਸੀ ਕਿਸ ਗੱਲ ਤੇ ਲੱਗੀ ਸੀ। ਅਸੀਂ ਫਿਰ ਬਾਰ-ਬਾਰ ਕਹਿੰਦੇ ਭਾਰਤੀ ਜਨਤਾ ਪਾਰਟੀ ਕੀ ਇਹਦੀ ਗੱਲ ਕਰਨੀ ਵਾਜਿਬ ਹੈ ਇਸ ਵੇਲੇ? ਬਿਲਕੁਲ ਵਾਜਿਬ ਹੈ ਜੀ। ਜਦੋਂ ਜੋ ਵੀ ਗਲਤ ਕੰਮ ਹੋਊਗਾ, ਚਾਹੇ 100 ਸਾਲ ਪਹਿਲਾਂ ਹੋਵੇ, ਜੋ ਮੁਗਲਾਂ ਨੂੰ ਭੁੱਲ ਗਏ ਸੀ, ਅਸੀਂ ਅੰਗਰੇਜ਼ਾਂ ਨੂੰ ਭੁੱਲ ਗਏ ਸੀ। ਠੀਕ ਹੈ, ਬਿਲਕੁਲ ਠੀਕ ਹੈ ਜੀ। ਅਰਸ਼ਪ੍ਰੀਤ ਜੀ ਦੇਖੋ ਇਹਨਾਂ ਦਾ ਲੌਜਿਕ ਹੀ ਦੇਖੋ ਬੀਜੇਪੀ ਦਾ ਕੀ ਹੈ। ਇਹ ਇੱਕ ਗਲਤ ਨੂੰ ਅਲੈਜਡਲੀ ਦੂਜੇ ਗਲਤ ਨਾਲ ਕੰਪੇਅਰ ਕਰਕੇ ਉਹਨੂੰ ਸਹੀ ਦੱਸਣਾ ਚਾਹੁੰਦੇ ਆ। ਇੱਥੋਂ ਪਤਾ ਲੱਗ ਜਾਂਦਾ ਬੀਜੇਪੀ ਦੀ ਮਾਨਸਿਕਤਾ ਕੀ ਹੈ। ਦੂਜੀ ਗੱਲ, ਜਿਹੜੇ ਰੌਂਗ ਦੀ ਗੱਲ ਕਰਦੇ ਆ ਉਹ ਇਰਰੈਲੇਵੈਂਟ ਹੈ, ਬਿਕੋਜ਼ ਲੋਕ ਅੱਜ ਪ੍ਰੈਜ਼ੀਡੈਂਟ ਅੱਜ 2022 ਚੱਲ ਰਿਹਾ ਸਾਹਿਬ, ਤੁਸੀਂ 2022 ਦੀ ਪ੍ਰੋਬਲਮ ਦਾ ਜਵਾਬ ਦਿਓ। ਤੁਸੀਂ ਪੁਰਾਣੀਆਂ ਗੱਲਾਂ ਕਰਕੇ ਇਧਰ ਉਧਰ ਭਟਕਾਉਣ ਦੀ ਨਹੀਂ, ਤੁਹਾਨੂੰ ਡਰ ਕਿਉਂ ਲੱਗਦਾ? ਤੁਸੀਂ ਆਪ ਮੰਨ ਗਏ ਹੋ ਵੀ ਐਮਰਜੈਂਸੀ ਗਲਤ ਸੀ, ਤੁਸੀਂ ਮੰਨਦੇ ਹੋ? ਤੁਸੀਂ ਅੱਜ ਚੈਨਲ ਤੇ ਇੱਕ ਰਾਈਟ ਚੈਨਲ ਤੇ ਮੰਨਦੇ ਪਏ ਹੋ ਵੀ ਇਹ ਗਲਤ? ਕਾਈਂਡਲੀ ਗੱਲ ਸੁਣ ਲਓ, ਜਿਹੜੇ ਆ ਤੁਸੀਂ ਇਹ ਗਲਤੀਆਂ ਦੀ ਗੱਲ ਕਰਦੇ ਹੋ, ਚੱਕ ਨੂੰ ਅਸੀਂ ਬੜੀਆਂ ਗਲਤੀਆਂ ਚੱਕ ਸਕਦੇ ਫਰਮ ਬੈਕ ਇਨ ਦ ਡੇ। ਤੁਸੀਂ ਚੱਕੋ ਗਲਤੀਆਂ, ਅਸੀਂ ਕਿਹੜਾ ਕਹਿੰਦੇ ਨਹੀਂ ਗਲਤੀਆਂ ਚੱਕਣਾ, ਤੁਸੀਂ ਚੱਕ ਸਕਦੇ ਹੋ, ਤੁਹਾਨੂੰ ਕਿਹਨੇ ਰੋਕਿਆ? ਠੀਕ ਹੈ, ਅਸੀਂ ਤੁਹਾਨੂੰ ਪਤਾ ਹੈ ਵੀ ਤੁਹਾਡੇ ਅਲਾਈਅੰਸ ਪਾਰਟਨਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਕੀ ਕੀਤਾ, ਤੁਹਾਨੂੰ ਪਤਾ ਜਲਿਆਂਵਾਲਾ ਬਾਗ ਜੋ ਕੀਤਾ ਉਹ ਬੁਲਾਰੇ ਬੈਠੇ, ਉਹਨਾਂ ਕੋਲ ਪੁੱਛ ਲਓ, ਉਹਨਾਂ ਨੂੰ ਬੁਲਾਰੇ ਬੈਠੇ ਕੋਲ ਪੁੱਛ ਲਓ। ਓਕੇ, ਉਹ ਬਾਰਡਰ ਨੇ ਜਿਹੜੇ ਹੈਗੇ ਉਹਨਾਂ ਨੂੰ ਪੁੱਛ ਲਓ। ਠੀਕ ਹੈ ਅਰਸ਼ਪ੍ਰੀਤ ਜੀ, ਗੁਰਦੀਪ ਜੀ, ਤੁਸੀਂ ਸੜਕਾਂ ਤੇ ਲੋਕਾਂ ਨੂੰ ਰੋਲਿਆ ਉਹ ਪਤਾ ਹੀ ਨਹੀਂ। ਦੋਨੋਂ ਗੈਸਟ ਨੂੰ ਇੱਕ ਮਿੰਟ ਰਿਕੁਐਸਟ ਕਰ ਰਹੇ ਹਾਂ। ਤੁਸੀਂ ਅਕਾਲੀ ਦਲ ਤੇ ਬੈਠੇ ਆ, ਪ੍ਰਵਕਤਾ ਉਹਨਾਂ ਨੂੰ ਪੁੱਛੋ ਨਾ। ਜੀ ਅਰਸ਼ਪ੍ਰੀਤ ਜੀ, ਇਸ ਤਰ੍ਹਾਂ ਕਿਸੇ ਦੀ ਆਵਾਜ਼ ਨਹੀਂ ਆਉਣੀ, ਇਸ ਤਰ੍ਹਾਂ ਕਿਸੇ ਦੀ ਆਵਾਜ਼ ਨਹੀਂ ਆਉਣੀ। ਇੱਕ ਮਿੰਟ ਠੀਕ ਹੈ ਅਰਸ਼ਪ੍ਰੀਤ, ਤੁਸੀਂ ਉਹਦਾ ਰਿਸਪੌਂਸ ਦੇਤਾ ਹੈ ਕਿ ਠੀਕ ਹੈ ਬੀਜੇਪੀ ਜਾਣਬੁੱਝ ਕੇ ਪੁਰਾਣੀ ਗੱਲਾਂ ਚੱਕ ਰਹੀ ਹੈ, ਬਟ the question is there and ਉਹਦੇ ਵੀ ਹੁਣ ਤੱਕ ਜਿਹੜੇ ਅਕਿਊਜ਼ ਨੇ ਸਜ਼ਾਵਾਂ ਨਹੀਂ ਮਿਲੀਆਂ। ਸੋ will you in any way answer ਕਿ 1984 ਦੇ ਟਾਈਮ ਐਮਰਜੈਂਸੀ ਦੇ ਟਾਈਮ ਵੀ ਬਹੁਤ ਲਾਅ ਦੀ ਉਲੰਘਣਾ ਹੋਈ ਸੀ, ਤੁਸੀਂ ਲਾਅ ਦੀ ਬਾਰ-ਬਾਰ ਗੱਲ ਕਰ ਰਹੇ ਹੋ, ਸੋ that is a valid question, will you answer that? ਪਹਿਲੀ ਗੱਲ ਤਾਂ ਹੁਣ ਮੇਰਾ ਕਾਈਂਡਲੀ ਜਵਾਬ ਲੈ ਲਿਓ। ਇਹਨਾਂ ਦਾ ਮੈਂ ਤੁਹਾਨੂੰ ਦੱਸਿਆ ਕਿ ਤਰਕ ਬਹੁਤ ਗਲਤ ਹੈ, ਇਹ ਨੈਗੇਟਿਵ ਤਰਕ ਹੈ, ਉਹ ਮੈਂ ਮੰਨ ਲਿਆ। ਤੇ ਦੂਜੀ ਗੱਲ ਇਹ ਹੈ
ਕਿ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਜਿਹੜੀ ਚੀਜ਼ ਹੋ ਗਈ ਹੈਜ਼ ਬੀਨ ਡਨ ਐਂਡ ਡਸਟਡ ਵਿਦ, ਸਹੀ ਹੈ ਗਲਤ ਹੈ, ਇਟਸ ਅ ਮੈਟਰ ਆਫ ਡਿਸਕਸ਼ਨ, ਇਟਸ ਅ ਮੈਟਰ ਆਫ ਕੋਰਟ। ਤੁਸੀਂ ਉਹਦੇ ਨਾਲ ਕੀ ਤਰਕ ਕੱਢਣਾ ਚਾਹੁੰਦੇ ਹੋ? ਜੇ ਇਹੀ ਤਰਕ ਤੁਹਾਡਾ ਹੈ ਤਾਂ ਇਹ ਦੱਸ ਦਿਓ। अर्शप्रीत, मैं एक्सेप्ट कर लिया वो गलत तर्क है। अर्शप्रीत मैं खुद कह रहा वो गलत तर्क है, बट एक चीज ਜਿਹੜੀ ਹੋਈ ਹੈ ਉਹਨੂੰ ਭੁੱਲ ਤਾਂ ਨਹੀਂ ਸਕਦੇ ਨਾ, ਉਹਦਾ ਜਵਾਬ ਤਾਂ ਲੈ ਹੀ ਸਕਦੇ ਆ ਤੁਹਾਡੇ ਤੋਂ ਜੇ ਮੁੱਦਾ ਉੱਠਿਆ ਹੈ ਤਾਂ। ਮੈਂ ਤੁਹਾਨੂੰ ਸਿੰਪਲ ਜੀ ਚੀਜ਼ ਦੱਸਦਾ, ਜਿਹੜੇ ਤਰੀਕੇ ਨਾਲ ਇਹ ਹੁਣ ਤੁਸੀਂ ਮੈਨੂੰ ਸਵਾਲ ਪੁੱਛਿਆ, ਮੈਂ ਕਹਿੰਦਾ ਵੀ ਲਖਨਪੁਰ 4 ਕਿਸਾਨ ਕੁਚਲ ਕੇ ਮਾਰਤੇ, ਲਾੜ ਸਾਹਿਬ ਨੇ, ਮੈਂ ਕਹਿੰਦਾ ਵੀ 750 ਕਿਸਾਨ ਸ਼ਹੀਦ ਕਰਤਾ ਇਹਨਾਂ ਨੇ, ਮੈਂ ਕਹਿੰਦਾ ਵੀ ਮੋਦੀ ਜੀ ਜਾ ਕੇ ਉੱਥੇ ਦੇ ਗਲੇ ਲੱਗੇ, ਉਹ ਤੋਂ ਬਾਅਦ ਉਰੀ ਅਟੈਕ ਹੋ ਗਿਆ, ਪਠਾਨਕੋਟ ਅਟੈਕ ਹੋ ਗਿਆ, ਹੋਰ ਅਟੈਕ ਹੋ ਗਏ, ਜਵਾਨ ਸ਼ਹੀਦ ਹੋ ਗਏ। ਮੈਂ ਹਰ ਗੱਲ ਦਾ ਜਵਾਬ ਦਊਂਗਾ, ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਮੈਂ ਹਰ ਗੱਲ ਦਾ ਜਵਾਬ ਦਊਂਗਾ, ਤੁਸੀਂ ਮੇਰਾ ਜਵਾਬ ਦਿਓ, ਮੈਂ ਹਰ ਗੱਲ ਦਾ ਜਵਾਬ ਦਊਂਗਾ ਤੁਹਾਡੇ। ਉਹ ਮੁੱਦਾ ਹੈ, ਮੁੱਦੇ ਤੇ ਰਹੋ, ਮੁੱਦੇ ਦਾ ਸਵਾਲ ਹੈ, ਮੁੱਦੇ ਦੇ ਸਵਾਲ ਤੇ ਤੁਸੀਂ ਕਹਿੰਦੇ ਭੁੱਲ ਜਾਓ, ਕਿੱਦਾਂ ਭੁੱਲ ਜੀਏ, ਦੱਸ ਤਾਂ ਦਿਓ। ਠੀਕ ਹੈ, ਚਲੋ ਖੈਰ ਹੁਣ ਅਸੀਂ ਮੁੱਦੇ ਤੋਂ ਭਟਕਦੇ ਜਾ ਰਹੇ ਹਾਂ, ਸੋ ਆਪਾਂ ਇਸ ਗੱਲ ਨੂੰ ਮੈਨੂੰ ਲੱਗਦਾ ਮੁਕਾਣਾ ਹੀ ਪੈਣਾ, ਨਹੀਂ ਤਾਂ ਅਸੀਂ ਹੋਰ ਡਾਈਵਰਟ ਕਰਦੇ ਰਵਾਂਗੇ। ਮਠਾਰੂ ਜੀ, ਕਿਉਂਕਿ ਅਕਾਲੀ ਦਲ ਹੁਣ ਤੱਕ ਓਨਲੀ ਰੀਜਨਲ ਪਾਰਟੀ ਸੀ, ਹੁਣ ਐਸਐਸਐਮ ਵੀ ਆ ਗਈ ਹੈ, ਤੇ ਪੰਜਾਬ ਨੂੰ ਜਿਸ ਤਰ੍ਹਾਂ ਜਿੰਨੇ ਸਾਡੀ ਡਿਵੀਜ਼ਨਸ ਨੇ ਉਹ ਅਕਾਲੀ ਦਲ ਸਮਝਦੀ ਹੈ, ਕੋਈ ਸ਼ੱਕ ਨਹੀਂ ਹੈ, ਤੇ ਅਕਾਲੀ ਦਲ ਪੰਥਕ ਪਾਰਟੀ ਵੀ ਹੈ, ਇਹ ਵੀ ਉਹ ਐਕਸੈਪਟ ਕਰਦੀ ਹੈ। ਪਰ ਸਿੱਖ ਰਿਲੀਜੀਅਨ 'ਚ ਵੀ ਸਾਡੇ ਬਹੁਤ ਦਲਿਤ ਭਾਈਚਾਰਾ ਬਹੁਤ ਜ਼ਿਆਦਾ ਹੈ, ਤੇ ਕਿਹਾ ਜਾ ਰਿਹਾ ਸੀਗਾ ਕਿ ਚੰਨੀ ਦੇ ਸੀਐਮ ਪ੍ਰੋਜੈਕਟ ਹੋਣ ਨਾਲ ਬਹੁਤ ਉਧਰ ਹਮਦਰਦੀ ਜਾ ਰਹੀ ਹੈ, ਤਾਂ ਹੀ ਸ਼ਾਇਦ ਭਦੌੜ ਵਾਲੀ ਸਾਈਡ ਹੋ ਗਏ ਨੇ, ਮਾਲਵਾ 'ਚ ਜਿੱਥੇ ਆਮ ਆਦਮੀ ਪਾਰਟੀ ਦਾ ਹੋਲਡ ਰਿਹਾ ਹੈ, ਤੇ ਰਿਜ਼ਰਵਡ ਸੀਟ ਵੀ ਸੀ। ਲੇਕਿਨ ਅਕਾਲੀ ਦਲ ਵੀ ਇਹਨੂੰ ਕਿਸ ਤਰ੍ਹਾਂ ਦੇਖਦੀ ਹੈ, ਤੇ ਕਿਸ ਤਰ੍ਹਾਂ ਆ ਜਿਹੜਾ ਇੰਨਾ ਮੇਜਰ ਇੱਕ ਕਮਿਊਨਿਟੀ ਹੈ ਉਹਦਾ ਜੇ ਵੋਟ ਦੇਖੀਏ ਉਹ ਇੱਕ ਪਾਸੇ ਜਾ ਸਕਦਾ ਹੈ, ਅਕਾਲੀ ਦਲ ਨੂੰ ਉਹਦਾ ਕਿੰਨਾ ਫਾਇਦਾ ਨੁਕਸਾਨ, ਕਿਸ ਤਰ੍ਹਾਂ ਦੇਖਦੇ ਹੋ ਸਾਰੀ ਸਿਚੁਏਸ਼ਨ ਨੂੰ? +2 ਤੋਂ ਬਾਅਦ ਅੱਗੇ ਕੀ ਸੋਚਿਆ ਸੋਨੂ ਲਈ? ਉਹਨੂੰ ਪੜਾਵਾਂਗੇ, ਵਿਦੇਸ਼ ਭੇਜਾਂਗੇ। ਕਿਉਂ? ਪੰਜਾਬ ਕਿਉਂ ਨਹੀਂ? ਇੱਥੇ ਹੈ ਹੀ ਕੀ, ਸਰਕਾਰ ਨੇ ਵਾਅਦਾ ਕੀਤਾ ਸੀ ਘਰ ਘਰ ਰੋਜ਼ਗਾਰ ਦੇਣ ਦਾ, ਕਿੱਥੇ ਹੈ ਰੋਜ਼ਗਾਰ? ਜੇ ਆਪਣੀ ਭਾਜਪਾ ਸਰਕਾਰ ਆਏਗੀ ਨਾ, ਯੂਥ ਸਕਿੱਲ ਡਿਵੈਲਪਮੈਂਟ ਲਈ ਐਸਐਸਸੀ, ਬੈਂਕਿੰਗ ਤੇ ਉਹ ਸਿਵਲ ਸਰਵਿਸਿਜ਼ ਦੀ ਟ੍ਰੇਨਿੰਗ ਵੀ ਫ੍ਰੀ ਦਿੱਤੀ ਜਾਏਗੀ। ਫੇਰ ਤਾਂ ਹੁਣ ਅਸੀਂ ਵੀ ਭਾਜਪਾ ਸਰਕਾਰ ਦੇ ਨਾਲ। ਹੁਣ ਪੂਰੇ ਹੋਣਗੇ ਰੋਜ਼ਗਾਰ ਦੇ ਖਾਬ। ਭਾਜਪਾ ਦੇ ਨਾਲ ਨਵਾਂ ਪੰਜਾਬ। ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਇੱਕ 100 ਸਾਲ ਪੁਰਾਣੀ ਪਾਰਟੀ ਹੈ, ਸ਼ਹੀਦਾਂ ਦੀ ਜਥੇਬੰਦੀ ਹੈ, ਕੁਰਬਾਨੀਆਂ ਨਾਲ ਸਿਰਜੀ ਹੋਈ ਪਾਰਟੀ ਹੈ, ਪੰਥਕ ਪਾਰਟੀ ਹੈ। ਔਰ ਜਿੱਥੋਂ ਤੱਕ ਗੱਲ ਕਰ ਲਈਏ ਦਲਿਤ ਵੋਟ ਬੈਂਕ ਦੀ, ਜਿਹੜੀ ਤੁਸੀਂ ਗੱਲ ਕਰਦੇ ਹੋ, ਇਹ ਬਾਰ-ਬਾਰ ਅਰਸ਼ਪ੍ਰੀਤ ਸਾਡੇ ਭਰਾ ਇਹ ਵੀ ਕਹਿੰਦੇ ਆ ਕਾਂਗਰਸ ਦੇ ਬੁਲਾਰੇ ਕਿ ਅਸੀਂ ਤਾਂ ਇਹਦੀ ਪੋਲਿਟਿਕਸ ਨਹੀਂ ਕਰਦੇ, ਅਸੀਂ ਤਾਂ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਪੜ੍ਹੇ ਲਿਖੇ ਆ, ਉਹਨਾਂ ਨੂੰ ਬਣਾਤਾ ਹੈ ਚੰਨੀ ਸਾਹਿਬ ਨੂੰ। ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਇਹਨਾਂ ਦੇ ਚੰਨੀ ਸਾਹਿਬ ਨੂੰ ਇਹਨਾਂ ਨੇ ਫੇਸ ਤੇ ਬਣਾਤਾ, ਨਾ ਤਾਂ ਇਹਨਾਂ ਦੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪਸੰਦ ਹੈ, ਨਾ ਉਹਨਾਂ ਦੀ ਵਾਈਫ ਨੂੰ ਪਸੰਦ ਹੈ, ਔਰ ਨਾ ਹੀ ਜਾਖੜ ਸਾਹਿਬ ਨੂੰ ਪਸੰਦ ਹੈ। ਉਹ ਸੰਨਿਆਸ ਲੈ ਗਏ। ਸਿੱਧੂ ਸਾਹਿਬ ਨੂੰ ਪੱਤਰਕਾਰ ਸਾਹਿਬ ਨੇ, ਵੀਰ ਨੇ ਕਿਸੇ ਨੇ ਪੁੱਛਿਆ ਕਿ ਤੁਸੀਂ ਚੰਨੀ ਸਾਹਿਬ ਨਾਲ ਹੈਗੇ? ਉਹ ਕਹਿੰਦੇ ਨਹੀਂ, ਅਸੀਂ ਤਾਂ ਕਾਂਗਰਸ ਨਾਲ ਹੈ, ਹਾਈ ਕਮਾਂਡ ਨਾਲ ਹੈ। ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਚੰਨੀ ਸਾਹਿਬ ਨਾਲ ਹੈਗੇ? ਉਹ ਕਹਿੰਦੇ ਨਹੀਂ, ਅਸੀਂ ਤਾਂ ਪੰਜਾਬ ਨਾਲ ਹੈ। ਹੁਣ ਅੱਜ ਕੱਲ ਉਹਨਾਂ ਦੀ ਵਾਈਫ ਸ਼੍ਰੀਮਤੀ ਸਾਡੀ ਭੈਣ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ, ਉਹ ਕਹਿੰਦੇ ਵੀ ਜੋ ਨਵਜੋਤ ਸਿੰਘ ਸਿੱਧੂ ਸੀ ਉਹ ਸਹੀ ਫੇਸ ਸੀਗੇ ਪੰਜਾਬ ਦੇ ਵਿੱਚ, ਉਮੀਦਵਾਰ ਜਿਹੜੇ ਸੀਐਮ ਦੇ ਫੇਸ ਹੋਣੇ ਸੀ, ਇਹ ਉਹਨਾਂ ਨੂੰ ਵੀ ਪਸੰਦ ਨਹੀਂ ਹੈ। ਸੋ ਸਾਡੀ ਤਾਂ ਇਹਦੇ 'ਚ ਕੋਈ ਗੱਲ ਹੀ ਨਹੀਂ ਹੈ, ਸਾਨੂੰ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸ਼੍ਰੋਮਣੀ ਅਕਾਲੀ ਦਲ ਨੇ ਜੋ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਦਲਿਤ ਭਾਈਚਾਰੇ ਵਾਸਤੇ ਜੋ ਆਈਆਂ, ਉਹ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ, ਜਿਹੜੀਆਂ ਇਹਨਾਂ ਨੇ ਸਾਰੀਆਂ ਬੰਦ ਕਰਤੀਆਂ। ਜਿਹੜੀਆਂ ਇਹਨਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਿੰਨੀਆਂ ਵੀ ਸਕੀਮਾਂ ਉਹਨਾਂ ਵਾਸਤੇ ਚਲਾਈਆਂ ਸੀ, ਇਹਨਾਂ ਨੇ ਸਾਰੀਆਂ ਬੰਦ ਕਰਤੀਆਂ। ਇਸੇ ਕਰਕੇ ਤਾਂ ਇਹਨਾਂ ਨੇ ਇਸ ਗੱਲ ਤੋਂ ਸੀਐਮ ਚੰਨੀ ਨੂੰ ਅੱਗੇ ਕੀਤਾ। ਬਾਕੀ ਗੱਲ ਜਿਹੜੀ ਤੁਸੀਂ ਕਰਦੇ ਹੋ, ਗੋਸ਼ਾ ਜੀ ਸਾਡੇ ਵੀਰ ਠੀਕ ਹੈ, ਅੱਜ ਇਹਨਾਂ ਨੂੰ ਬੀਜੇਪੀ ਦਾ ਰੰਗ ਚੜ ਗਿਆ। ਕਹਿੰਦੇ ਅਕਾਲੀ ਦਲ ਵਾਲੇ 25 ਸਾਲ ਝੰਡੇ ਚੁੱਕੀ ਫਿਰਦੇ ਰਹੇ ਉਹਨਾਂ ਦੇ। ਭਾਈ ਸਾਹਿਬ ਇਹ ਸਾਡੇ ਵੱਡੇ ਵੀਰ ਹੈ, ਇਹ ਵੀ ਨਾਲ ਹੀ ਸੀ। ਝੰਡਾ ਠੀਕ ਆ, ਅੱਜ ਇਹਨਾਂ ਨੇ ਬੀਜੇਪੀ ਦਾ ਚੱਕ ਲਿਆ। ਉਦੋਂ ਸਭ ਤੋਂ ਮੂਹਰੇ ਗੋਸ਼ਾ ਜੀ ਝੰਡਾ ਚੱਕ ਕੇ ਫਿਰਦੇ ਹੁੰਦੇ ਸੀ, ਲੁਧਿਆਣੇ ਬੈਸਾਂ ਦੇ ਨਾਲ ਲੜਦੇ ਫਿਰਦੇ ਹੁੰਦੇ ਸੀ। ਤੋਂ ਵੀਰ ਪਾਰਟੀਆਂ ਅਗਰ ਆਪਾਂ ਚੇਂਜ ਕਰ ਲਈਏ ਤਾਂ ਜਿੱਥੇ ਆਪਾਂ ਰਹੇ ਹੋਈਏ ਉਸ ਨੂੰ ਨਹੀਂ ਨਿੰਦੀਦਾ। ਤੁਸੀਂ ਬਹੁਤ ਚਿਰ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਪਰਸਨਲ ਉੱਚ ਨਹੀਂ ਜਾਣੇ, ਪਰਸਨਲ ਅਟੈਕ ਨਹੀਂ ਕਰਦੇ ਆ, ਪਰ ਮੈਂ ਐਸਐਸਐਮ ਕੋਲ ਵੀ ਆਉਣਾ ਚਾਹੁੰਦਾ। ਫਰਲੋ ਤਾਂ ਹੁਣ ਮਿਲੀ ਹੈ, ਲੇਕਿਨ ਇਸ ਤੋਂ ਪਹਿਲਾਂ ਹੀ ਇਲੈਕਸ਼ਨ ਜਦੋਂ ਦੀ ਨੇੜੇ ਆਈ ਹੈ ਤਾਂ ਵੱਡੇ ਵੱਡੇ ਲੀਡਰ ਸਾਰੀਆਂ ਹੀ ਪਾਰਟੀਆਂ ਦੇ ਡੇਰੇ ਦੇ, ਜਿੰਨੇ ਵੱਡੇ ਡੇਰੇ ਨੇ ਪੰਜਾਬ 'ਚ ਮਾਲਵੇ ਸਾਈਡ, ਉੱਥੇ ਜਾਂਦੇ ਦਿਖੇ ਨੇ, ਫੋਟੋਆਂ ਵੀ ਕਰਾ ਕੇ ਆਏ ਨੇ। ਇਹ 'ਚ ਕੋਈ ਛੁਪਾਉਣ ਦੀ ਵੀ ਉਹਨੇ ਕੋਸ਼ਿਸ਼ ਨਹੀਂ ਕੀਤੀ, ਓਪਨ ਸੀਕ੍ਰੇਟ ਰੱਖਿਆ ਕਿ ਬਲੈਸਿੰਗਸ ਜਿਹੜਾ ਆਸ਼ੀਰਵਾਦ ਹੈ ਉਹ ਡੇਰੇ ਦਾ ਸਾਰੀਆਂ ਹੀ ਪਾਰਟੀਆਂ ਲੱਭ ਰਹੀਆਂ ਸੀਗੀਆਂ। ਪਰ ਐਸਐਸਐਮ ਉੱਥੋਂ ਮਿਸਿੰਗ ਰਹੀ ਹੈ। ਐਸਐਸਐਮ ਨੂੰ ਡੇਰੇ ਦਾ ਆਸ਼ੀਰਵਾਦ ਨਹੀਂ ਚਾਹੀਦਾ ਸੀ ਬਾਜੀ?
हम लोगों को देश के गरीबों का आशीर्वाद चाहिए, पंजाब की जो जनता है, पंजाब के किसानों का तो आवाज पंजाब के ही लोग आशीर्वाद जाते हैं डेरों चाहिए। में भी। ठीक है, जो जाते हैं जाने दीजिए। तो वही उसी रीति रिवाज को तो भारतीय जनता पार्टी आगे बढ़ाते हुए बाबा जी का ज्यादा आशीर्वाद, दोनों हाथ से आशीर्वाद मिल जाए, इसलिए उन्हें रिहा कर देती है कि बाबा जी के जितने वोटर्स हैं सब भी भारतीय जनता पार्टी को चले जाए और वो इन्फ्लुएंस कर सके भारतीय जनता पार्टी के फेवर में। उसी को देखते हुए भारतीय जनता ने बाबा जी को छोड़ा है और बहुत सारे जो बेकसूर हमारे लोग बैठे में जिन्होंने सजा काट ली है उसे नहीं छोड़ रहे हैं। बस यही। और हम तो हमारे साथ तो हमें किसी के बताने की जरूरत नहीं है, बाकी पार्टियां जाएं। हमने तो जनता की लड़ाई लड़के यहाँ पर आए हैं, संघर्ष करके आए हैं, किसानों का खून बहा है तीनों काले कानून को वापस कराने में। हमारे 750 किसान शहीद हुए हैं, हमने सड़कों पर 13 महीने संघर्ष किया है। यही हमारी सर्टिफिकेट है जनता के बीच जाने के लिए। इससे बड़ी सर्टिफिकेट और क्या हो सकती है। जीबा जी चलिए ये तो आप मानते हैं जीबा जी, बुजुर्ग और माताएं भी संघर्ष की हैं, हम पर गाड़ियां चढ़ा दी गई हैं, हमें लाठियों से मारा गया, मौसम की मार और सरकारी अत्याचार सब हम लोग झेल कर यहाँ पर आए हैं। तो इससे बड़ी सर्टिफिकेट और क्या हो सकती है। और पंजाब की जनता का आशीर्वाद और दुआएं हमारे साथ हैं। पर जीबा जी ये तो आप मानेंगे कि डेरा का इम्पैक्ट बहुत है, खास करके मालवा रीजन में, तो वहां की वोट्स आपको भी तो चाहिए। तो है। जी इम्पैक्ट तो है, वो भारतीय जनता पार्टी जैसी पॉलिटिक्स राजनीति करते आई है, वो करते रहे, उसे मुबारक हो। बीजेपी की बात नहीं, मैं अभी भी एसएसएम की बात कर रहा हूँ कि आपको वो वोट नहीं चाहिए क्या? इलेक्शन के समय किसको कैसे यूज करना है, कौन से फेस को कैसे यूज करना जीबा है, जी हम जीबा जी ये तो अब फिर बीजेपी पर मैं बार बार यही पूछ रहा हूँ कि क्या एसएसएम को जो इतने फॉलोअर्स हैं, खास करके मालवा में इतना इम्पैक्ट है, क्या उनका वोट नहीं चाहिए? मेरा बड़ा सिंपल सवाल है ये। बिल्कुल वोट चाहिए, वोट क्यों नहीं चाहिए? तो आपको लगता है कि आप अगर उनसे वोट मांगेंगे, और हम ये सब मान रहे हैं यहाँ पे कि डेरा का इम्पैक्ट है, बाबा जी के कहने से वो वोट डालेंगे, तो फिर एसएसएम को उनका वोट कैसे मिलेगा? नहीं, क्यों नहीं? देखिए, लोग भी जान रहे हैं कि बाबा जी ने क्या कहा है। आज संयुक्त समाज मोर्चे का और किसानों का जो इम्पैक्ट है पंजाब में, जितना बेहतर, जितना अच्छा सभी ने मिलकर संघर्ष किया है, उससे अच्छा इम्पैक्ट किसी का नहीं है। हम जाएंगे लोगों के पास तो लोग हमारी बातों को सुनेंगे और हमारी बातों को सुन भी रहे हैं और हमसे हमदर्दी भी है, इसलिए क्योंकि हमने संघर्ष करके एक साथ मिलकर पंजाब के भविष्य के लिए, देश के भविष्य के लिए हमने लड़ाई लड़ी है। और पहली बार भारतीय जनता पार्टी की सरकार को, मोदी सरकार को पीछे किया है, कोई कानून को उन्होंने पहली बार वापस लिया है। तो हम जहां भी जाए, मालवा जाए, चाहे माजा जाए, कहीं भी जाए, लोग हमें सर आंखों पर बिठा रहे हैं। ठीक है, खैर ਮੈਨੂੰ ਲੱਗਦਾ ਇੱਥੇ ਸਾਨੂੰ ਇਹ ਡਿਬੇਟ ਐਂਡ ਕਰਨਾ ਚਾਹੀਦਾ, ਕਿਉਂਕਿ ਜ਼ਿਆਦਾਤਰ ਹੁਣ ਅਸੀਂ ਐਲੀਗੇਸ਼ਨਸ ਦੀ ਗੇਮ ਖੇਡ ਰਹੇ ਹਾਂ। ਪਰ ਬਿਲਕੁਲ ਮੌਕਾ ਸਾਰਿਆਂ ਨੂੰ ਕਲੋਜ਼ਿੰਗ ਕਮੈਂਟਸ ਦਾ ਜ਼ਰੂਰ ਦਊਂਗਾ। ਪਰ ਮੈਂ ਹੁਣੇ ਇੱਕ ਇਸ ਸਵਾਲ ਵਿੱਚ ਜ਼ਿਕਰ ਕੀਤਾ ਹੈ ਕਿ ਬਾਬਾ ਨੂੰ ਫਰਲੋ ਮਿਲਣ ਤੋਂ ਪਹਿਲਾਂ ਹੀ ਜਿਹੜੇ ਇੱਥੇ 3 ਰਿਵਾਇਤੀ ਪਾਰਟੀਆਂ ਬੈਠੀਆਂ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ, ਤੁਹਾਡੇ ਸਾਰਿਆਂ ਦੇ ਵੱਡੇ ਲੀਡਰ ਡੇਰੇ 'ਚ ਬੈਠੇ ਨੇ, ਬੈਠ ਕੇ ਆਏ ਨੇ। ਉੱਥੇ ਕੀ ਗੱਲਬਾਤ ਹੋਈ ਮੈਨੂੰ ਨਹੀਂ ਪਤਾ, ਪਰ ਬੈਠ ਕੇ ਜ਼ਰੂਰ ਆਏ ਨੇ। ਸੋ ਇਹਦਾ ਜਵਾਬ ਵੀ ਆਪਣੇ ਕਲੋਜ਼ਿੰਗ ਕਮੈਂਟਸ ਵਿੱਚ ਜ਼ਰੂਰ ਦੇਣਾ। ਜੀ ਗੋਸ਼ਾ ਜੀ। ਤਾਂ ਮੈਂ ਆਪਣੀ ਭੈਣ ਨੂੰ ਜਵਾਬ ਦਊਂਗਾ, ਜੋ ਭੋਲੇ ਭਾਲੇ ਕਿਸਾਨਾਂ ਨੂੰ ਇਹਨਾਂ ਨੇ ਯੂਜ਼ ਕਰਕੇ ਜਿਹੜਾ ਆਪਣਾ ਮੋਟਿਵ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, 11 ਤਰੀਕ ਨੂੰ 11 ਮਾਰਚ ਨੂੰ ਰਿਜ਼ਲਟ ਆ ਜਾਊਗਾ, ਇਹਨਾਂ ਦੇ ਬੂਥ ਵੀ ਨਹੀਂ ਲੱਗਣੇ, ਉਹ ਇਹਨਾਂ ਨੂੰ ਪਹਿਲੇ ਪਤਾ ਜਾਣਾ ਵੀ 20 ਫਰਵਰੀ ਨੂੰ। ਦੂਜੀ ਗੱਲ, ਅਕਾਲੀ ਦਲ ਨਹੀਂ ਮੈਂ ਨਹੀਂ ਗੱਲ ਪੂਰੀ ਕਰਾਂਗਾ, ਮੇਰੀ ਗੱਲ ਪੂਰੀ ਹੋ ਲੈਣ ਦਿਓ। ਅਕਾਲੀ ਦਲ ਵਾਲੇ ਇੱਕ ਮਿੰਟ ਮੈਡਮ ਤੁਸੀਂ ਨਾ ਬੋਲੋ, ਮੇਰੀ ਭੈਣ ਤੁਸੀਂ ਨਾ ਬੋਲੋ ਵਿੱਚ। जीबा जी पूरी करने दीजिए, जीबा जी बात पूरी करने दीजिए। जीबा जी ऐसे मैं आपके ऊपर बोलूंगा किसी की आवाज नहीं आएगी, मैं आपके ऊपर बोलूंगा आपकी आवाज नहीं आएगी। जीबा जी, जीबा जी बस फिर जीबा जी ਨੂੰ ਕੋਈ ਲੱਗਦਾ ਕੋਈ जीबा जी थोड़ा जी नहीं आएगी, जी भी लो, जी भी लो। जीबा जी मैं बार बार ये रिक्वेस्ट कर रहा हूँ कि जब मैं आपको रोक रहा हूँ रुक जाया करिए, क्योंकि वैसे भी अगर मैं आप लोगों के ऊपर से बोलूंगा तो आप लोगों की आवाज ऑडियंस तक नहीं पहुंचेगी, ये आप प्लीज मानकर चलिए। मैं इस शो में ज्यादा शोर नहीं इसीलिए मचने नहीं देता हूँ। खैर गोशा जी अपनी बात पूरी कर लीजिए। अर्शप्रीत ਤੁਹਾਡੇ ਕੋਲ ਆਵਾਂਗੇ ਤਦੋਂ ਆਪਣੇ ਦਿਖਾ ਦਿਓ ਜੋ ਵੀ ਦਿਖਾ ਰਹੇ ਹੋ। ਹਾਂਜੀ ਗੋਸ਼ਾ ਜੀ। ਅਕਾਲੀ ਦਲ ਵਾਲਿਆਂ ਨੂੰ ਤਾਂ ਬੋਲਣ ਦਾ ਉਹਨਾਂ ਦਾ ਫਰਜ਼ ਨਹੀਂ ਬਣਦਾ, ਉਹਨਾਂ ਦਾ ਮੂੰਹ ਸੀਤਾ ਰਵੇ ਤੇ ਚੰਗਾ, ਕਿਉਂਕਿ ਮਾਫੀ ਉਹਨਾਂ ਨੇ ਡੇਰਾ ਮੁਖੀ ਨੂੰ ਦਿੱਤੀ ਸੀਗੀ। ਬੀਜੇਪੀ ਫੇਰ ਅਟੈਕ ਕਰਨ ਲੱਗ ਗਏ, ਗੱਲ ਮੁਕਾ ਦਿਓ ਆਪਣੇ ਪੁਆਇੰਟ। ਨਹੀਂ ਮੈਂ ਅਟੈਕ ਗੱਲ ਪੂਰੀ ਕਰੂੰਗਾ ਨਾ, ਮੈਨੂੰ ਗੱਲ ਪੂਰੀ ਕਰਨ ਦਿਓ। ਕਾਂਗਰਸ ਵਾਲੇ ਨੇ ਇੱਕ ਚੀਜ਼ ਦੱਸ ਦੇਣ,
5 ਸਾਲ ਦੇ ਵਿੱਚ ਕਿਹੜਾ ਪ੍ਰੋਜੈਕਟ ਪੰਜਾਬ ਨੂੰ ਦਿੱਤਾ ਜਿਹੜਾ ਉਸ ਬੇਸ ਤੇ ਆਪਾਂ ਅੱਜ ਵੋਟਾਂ ਮੰਗਣ ਜਾ ਰਹੇ ਆ। ਰਹਿ ਗਈ ਪਰਲੋ ਦੀ ਗੱਲ, ਫਿਰ ਬਾਰ-ਬਾਰ ਅੱਜ ਦੇ ਮੁੱਦੇ ਦੀ ਗੱਲ ਕਰਨ ਲੱਗਾ ਜੀ। ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿਕਾਸ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਕਾਨੂੰਨ ਦੇ ਵਿੱਚ ਇੰਟਰਫੇਅਰ ਨਹੀਂ ਕਰਦੀ। ਜਿਹੜਾ ਵੀ ਕਾਨੂੰਨ ਦੇ ਤਹਿਤ ਕੋਈ ਬਾਹਰ ਆਊਗਾ ਅਸੀਂ ਉਹਦਾ ਵੈਲਕਮ ਕਰਾਂਗੇ। ਜੇ ਕਾਨੂੰਨ ਦੇ ਤਹਿਤ ਕੋਈ ਅੰਦਰ ਜਾਂਦਾ ਅਸੀਂ ਉਹਦਾ ਵੀ ਵੈਲਕਮ ਕਰਾਂਗੇ। ਸਮਾਜ ਨੂੰ ਚੰਗੇ ਰਾਹ ਤੇ ਲੈ ਕੇ ਜਾਣਾ। ਡਨ ਜੀ। ਅਰਸ਼ਪ੍ਰੀਤ ਜੀ ਕੀ ਦਿਖਾ ਰਹੇ ਹੋ? ਦੇਖੋ ਇੱਥੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਫਰਲੋ ਇਜ਼ ਨਾਟ ਅ ਲੀਗਲ ਰਾਈਟ। ਜੇ ਹਜੇ ਵੀ ਇਹਨਾਂ ਨੂੰ ਸਮਝ ਨਹੀਂ ਆਉਂਦੀ, ਮੈਨੂੰ ਨਹੀਂ ਪਤਾ ਵੀ ਕਿ ਇਹਨਾਂ ਨੂੰ ਕੀ ਸਮਝ ਆਊਗਾ ਲੀਗਲ। ਇਹਨਾਂ ਨੇ ਕਿਹਾ ਸੀਗਾ ਮਜੀਠੀਆ ਸਾਹਿਬ ਦਾ ਜ਼ਿਕਰ ਕੀਤਾ ਸੀ, ਮਜੀਠੀਆ ਸਾਹਿਬ ਨੂੰ ਬੇਲ ਮਿਲੀ ਹੈ, ਬੇਲ ਨਹੀਂ ਮਿਲੀ। ਲੋਅਰ ਕੋਰਟ ਚ ਰਿਜੈਕਟ ਹੋਈ, ਹਾਈ ਕੋਰਟ ਚ ਰਿਜੈਕਟ ਹੋਈ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਸਰੈਂਡਰ ਕਰਨਾ ਪੈਣਾ ਹੈ 23 ਤਰੀਕ ਨੂੰ। ਤੀਜੀ ਗੱਲ ਇਹ ਹੈ ਕਿ ਬੜੀ ਸਿੰਪਲ ਚੀਜ਼ ਹੈ ਕਿ ਰੂਲ 4 ਜਿਹੜਾ ਉਹ ਲਿਮਿਟੇਸ਼ਨ ਇੰਪੋਜ਼ ਕਰਦਾ ਇਸ ਚੀਜ਼ ਤੇ, ਫਰਲੋ ਤੇ ਲਿਮਿਟੇਸ਼ਨਸ ਨਾ ਇਹਨਾਂ ਨੇ ਲਿਮਿਟੇਸ਼ਨ ਦਾ ਜ਼ਿਕਰ ਕੀਤਾ ਨਾ ਕੰਡੀਸ਼ਨ ਦਾ ਜ਼ਿਕਰ ਕੀਤਾ। ਪ੍ਰਿਜ਼ਨਸ ਐਕਟ ਜਿਹੜਾ 1994 ਪੜ੍ਹ ਲੈਣ, ਉਹਦੇ ਵਿੱਚ ਬੜਾ ਕੈਟੇਗੋਰਿਕਲੀ ਦੱਸਿਆ ਹੋਇਆ ਕਿ ਆਹ ਕੰਡੀਸ਼ਨ ਜੇ ਨਾ ਸੈਟੀਸਫਾਈ ਹੋਵੇ ਤੇ ਅ ਪਰਸਨ ਕੈਨੋਟ ਬੀ ਗਿਵਨ ਅ ਫਰਲੋ। ਉਹਦੇ ਬਾਵਜੂਦ ਕੀਤਾ। ਇੱਥੋਂ ਪਤਾ ਲੱਗ ਜਾਂਦਾ ਇਹਨਾਂ ਦਾ ਏਜੰਡਾ ਸੀ, ਇਹਨਾਂ ਦਾ ਮੋਟਿਵ ਸੀਗਾ ਕਿ ਅਸੀਂ ਉਹਨਾਂ ਨੂੰ ਯੂਜ਼ ਕਰਨਾ ਤਾਂ ਕਿ ਵੋਟ ਬਟੋਰ ਸਕੀਏ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨੀ ਹੈ। ਲਾਸਟ ਬਟ ਨਾਟ ਦ ਲੀਸਟ, ਜਿੱਥੋਂ ਤੱਕ ਚੰਨੀ ਸਾਹਿਬ ਦੀ ਗੱਲ ਇਹਨਾਂ ਨੇ ਕਿਹਾ ਪ੍ਰੋਜੈਕਟ ਬਣਾ ਦੇਣ, ਮੈਂ ਤੁਹਾਨੂੰ ਦੱਸ ਰਿਹਾ ਹਸਪੀਟਲਸ, ਯੂਨੀਵਰਸਿਟੀਜ਼, ਕਾਲਜਸ, ਕੋਰਟਸ ਸਭ ਦਾ ਇਨਫਰਾਸਟ੍ਰਕਚਰ ਡਿਵੈਲਪ ਹੋ ਗਿਆ। ਮਿਨੀਮਮ ਵੇਜ 415 ਰੁਪਏ ਕਰਤੀ, ਰੇਤੇ ਦਾ ਭਾਅ ਘਟਾਤਾ, ਮਿਊਜ਼ੀਅਮ ਬਣਾਤੇ, ਘਟ ਗਿਆ, ਤੁਹਾਡੇ ਘਰੇ ਹੀ ਜਾਂਦਾ ਹੋਊਗਾ। ਕੰਮ ਹੋਇਆ ਸਾਹਿਬ। ਤੇ ਇਹ ਚੀਜ਼ਾਂ ਜਾ ਕੇ ਲੋਕਾਂ ਨੂੰ ਪੁੱਛ, ਕਿਉਂਕਿ ਬੀਜੇਪੀ ਨੇ ਕੰਮ ਨਹੀਂ ਕੀਤਾ, 15 ਲੱਖ ਨਹੀਂ ਦਿੱਤਾ, ਡਬਲ ਨਹੀਂ ਕੀਤੀ ਫਾਰਮਰਸ ਇਨਕਮ। ਜਵਾਬ ਦੇ ਦੇਣਗੇ ਲੋਕੀ, ਜਵਾਬ ਦੇ ਦੇਣਗੇ। ਤੁਸੀਂ ਵਕੀਲ ਹੋ, ਝੂਠ ਨਾ ਬੋਲੋ। ਪੂਰੀ ਕਰ ਲੈਣ ਦਿਓ ਜੀ ਠੀਕ ਹੈ। ਲਾਸਟ ਬਟ ਨਾਟ ਦ ਲੀਸਟ ਇਹੀ ਹੈ ਕਿ ਬੀਜੇਪੀ ਦੀ ਐਗਜ਼ਿਸਟੈਂਸ ਉਨੀ ਚੰਗੀ ਹੈ ਜਿੰਨੀ ਮੋਦੀ ਸਾਹਿਬ ਪ੍ਰੈਸ ਕਾਨਫਰੰਸਸ ਕਰਦੇ, ਯਾਨੀ ਕਿ ਸ਼ੂਨਿਆ। ਤੇ ਬੀਜੇਪੀ ਮੁਕਤ ਪੰਜਾਬ ਹੋਣ ਜਾ ਰਿਹਾ ਬਹੁਤ ਜਲਦੀ। ਠੀਕ ਹੈ। KS ਮਠਾਰੂ ਜੀ ਕਲੋਜ਼ਿੰਗ ਕਮੈਂਟਸ। ਮੈਂ ਹੈਰਾਨ ਹੈ ਅਰਸ਼ਪ੍ਰੀਤ ਜੀ, ਜਿਸ ਤਰ੍ਹਾਂ ਕਹਿ ਰਹੇ ਨੇ ਕਿ ਜਿੰਨੀ ਡਿਵੈਲਪਮੈਂਟ, ਮੈਨੂੰ ਇੱਕ ਪ੍ਰੋਜੈਕਟ ਦੱਸ ਦੇਣ ਪੰਜਾਬ ਦੇ ਵਿੱਚ ਵੀ ਕਾਂਗਰਸ ਨੇ ਇੱਕ ਪ੍ਰੋਜੈਕਟ ਪਿਛਲੇ 5 ਸਾਲਾਂ ਦੇ ਵਿੱਚ, ਜਾਂ ਇੱਕ ਸੜਕ ਦੱਸ ਦੇਣ ਕਿ ਅਸੀਂ ਆਹ ਰੋਡ ਬਣਾਈ ਹੈ, 4 ਲਾਈਨ ਬਣਾਈ ਹੈ, ਜਾਂ ਵਾਲਾ ਫਲਾਈਓਵਰ ਪੂਰਾ ਹੋ ਗਿਆ ਜੀ। ਇਹ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਸਾਡੇ ਭਰਾ ਨੇ। ਪਰ ਤੁਸੀਂ, ਮੈਂ ਤਾਂ ਇੱਕ ਗੱਲ ਕਹਿਣਾ, ਪੂਰੇ 5 ਸਾਲਾਂ ਦੇ ਵਿੱਚ ਤੁਸੀਂ ਇੱਕ ਡੱਕਾ ਨਹੀਂ ਤੋੜਿਆ। ਆਪ ਤੁਸੀਂ ਐਡਮਿਟ ਕੀਤਾ ਚੈਨਲਾਂ ਤੇ ਬਹਿ ਕੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ। ਪਿਛਲੇ 111 ਦਿਨਾਂ ਦੀ ਜਿਹੜੀ ਸਰਕਾਰ ਤੁਸੀਂ ਚੰਨੀ ਸਾਹਿਬ ਦੀ ਕਹਿੰਦੇ ਹੋ, ਉਹਦੇ ਤੇ ਤੁਸੀਂ ਸੋਲੇ ਗਾਉਣ ਲੱਗ ਪਏ ਹੋ ਹੁਣ। ਪਰ ਮੈਨੂੰ ਇਹ ਸ਼ੱਕ ਹੈ ਕਿ ਜਿਸ ਤਰ੍ਹਾਂ ਤੁਹਾਡੇ ਰੌਲਾ ਪਿਆ ਹੈ, ਤੁਹਾਨੂੰ ਸੀਐਮ ਚਿਹਰਾ ਵੀ ਬਦਲਣਾ ਪੈਣਾ ਹੈ। ਤੇ ਫਿਰ ਤੁਸੀਂ ਚੰਨੀ ਸਾਹਿਬ ਨੂੰ ਅੱਜ ਦੇ ਮੁੱਦੇ ਤੇ ਵੀ ਕੁਝ ਨਹੀਂ। ਅੱਜ ਦੇ ਮੁੱਦੇ ਦੀ ਜਿਹੜੀ ਇਹ ਵੋਟ ਪੋਲਰਾਈਜੇਸ਼ਨ ਹੈ, ਜਿਹੜਾ ਆਪਣਾ ਮੁੱਦਾ ਹੈ, ਉਹ ਪਹਿਲਾਂ ਕਾਂਗਰਸ ਵੀ ਕਰਦੀ ਰਹੀ ਹੈ, ਹੁਣ ਬੀਜੇਪੀ ਵੀ ਕਰ ਰਹੀ ਹੈ। ਇਹ ਸਰਕਾਰਾਂ ਨੇ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਹੈ, ਇਹਨਾਂ ਨੂੰ ਹਮੇਸ਼ਾ ਹੀ ਵੋਟ ਦੀ ਪੋਲਰਾਈਜੇਸ਼ਨ ਵਾਸਤੇ ਵਰਤਿਆ। ਉਹ ਪਹਿਲਾਂ ਕਾਂਗਰਸ ਵੀ ਵਰਤਦੀ ਰਹੀ ਹੈ ਔਰ ਹੁਣ ਬੀਜੇਪੀ ਵੀ ਵਰਤ ਰਹੀ ਹੈ। ਇਹਦੇ 'ਚ ਕੋਈ ਦੋਹਰਾ ਹੀ ਨਹੀਂ। ਠੀਕ ਹੈ। ਖੈਰ ਅੱਜ ਦਾ ਜੋ ਜਿਵੇਂ ਦੀ ਮੈਨੂੰ ਲੱਗਦਾ ਉਮੀਦ ਸੀ ਉਸੇ ਤਰ੍ਹਾਂ ਦਾ ਇਹ ਡਿਬੇਟ ਗਿਆ। ਬੀਜੇਪੀ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਲਾਅ ਨੂੰ ਕਹਿ ਲਓ, ਲੂਪ ਹੋਲਸ ਨੂੰ ਕਹਿ ਲਓ, ਜਾਂ ਉਹਦੀ ਦੁਰਵਰਤੋਂ ਕੀਤੀ ਗਈ ਹੈ। ਬੀਜੇਪੀ ਵਾਲੇ ਆਪਣੇ ਸਟੈਂਡ ਤੇ ਕਾਇਮ ਨੇ ਕਿ ਹਰ ਮੁਲਜ਼ਮ ਦਾ ਰਾਈਟ ਹੁੰਦਾ 3 ਸਾਲ ਬਾਅਦ, ਤੇ ਅਸੀਂ ਉਹਨੂੰ ਹੀ ਲੀਗਲ ਰਾਈਟ ਨੂੰ ਹੀ ਫੋਲੋ ਕਰਦੇ ਹੋਏ ਇਹ ਫਰਲੋ ਦਿੱਤੀ ਹੈ। ਪਰ ਖੈਰ ਇਹਦਾ ਕਿੰਨਾ ਇੰਪੈਕਟ ਪੈਂਦਾ, ਇੰਪੈਕਟ ਤਾਂ ਜ਼ਰੂਰ ਹੋਏਗਾ, ਕਿੰਨਾ ਪੈਂਦਾ, ਕਿਸ ਤਰ੍ਹਾਂ ਦਾ ਪੈਂਦਾ ਤੇ ਕਿੰਨੂੰ ਫਾਇਦਾ ਹੁੰਦਾ, ਇਹ ਮੈਨੂੰ ਲੱਗਦਾ ਬਹੁਤ ਜਲਦ ਪਤਾ ਲੱਗਣ ਵਾਲਾ ਹੈ, ਕਿਉਂਕਿ ਚੋਣਾਂ ਬਹੁਤ ਨੇੜੇ ਨੇ ਹੁਣ। ਖੈਰ ਅਸੀਂ ਇਸ ਤਰ੍ਹਾਂ ਦੇ ਡਿਬੇਟਸ, ਇਸ ਤਰ੍ਹਾਂ ਦੀ ਅਪਡੇਟਸ, ਸਭ ਤਰ੍ਹਾਂ ਦੇ ਸ਼ੋਜ਼ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ ਤੇ ਇੱਕ ਵਾਰ ਫਿਰ ਮੇਰੇ ਸਾਰੇ ਗੈਸਟ ਦਾ ਅੱਜ ਲਈ ਬਹੁਤ ਬਹੁਤ ਧੰਨਵਾਦ। ਦੁਬਾਰਾ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ। ਕੁੜੀਏ ਤੇਰੀ ਦਾਦੀ ਗੀਤ ਗਾ ਰਹੀ ਹੈ, ਬੜੀ ਖੁਸ਼ ਨਜ਼ਰ ਆ ਰਹੀ ਹੈ। ਲੋਟਰੀ ਲੱਗੀ नहीं है पर लगन वाली है, वो भी पेंशन। वो 1500 रुपए वाली? ना जी ना, भाजपा गठबंधन दी सरकार आऊगी ते पेंशन उम्मीद नालों दुगनी हो जाऊगी। मेरी वोट भी हुण भाजपा गठबंधन नहीं जाऊगी।